ਹੁਣ ਵੀ ਜਿਹੜੀਆਂ ਪਿੰਡਾਂ ਨੂੰ ਗ੍ਰਾਂਟਾਂ ਆ ਰਹੀਆਂ, ਗਲੀਆਂ ਨਾਲੀਆਂ ਦੇ ਪਰਪਸ ਲਈ ਆ ਰਹੀਆਂ। ਔਰ ਜਿਹੜਾ ਦੇਸ਼, ਜਿਹੜੇ ਸੂਬੇ ਹਜੇ ਤੱਕ ਗਲੀਆਂ ਨਾਲੀਆਂ ਦੇ ਵਿਕਾਸ ਤੋਂ ਉੱਪਰ ਹੀ ਨਹੀਂ ਉੱਠੇ, ਉਹਨਾਂ ਨੇ ਨਵਾਂ ਕੀ ਕਰਨਾ। 1.5 ਕਰੋੜ ਤੋਂ ਉੱਪਰ ਹਰ ਸਾਲ ਸਾਡਾ ਪਿੰਡ ਰਣਸੀਂਹ ਕਲਾਂ ਸਰਕਾਰ ਨੂੰ ਟੈਕਸ ਭਰਦਾ। ਖਾਣ ਵਾਲੀਆਂ ਵਸਤਾਂ ਦਾ ਉਹ ਡੀਜ਼ਲ ਤੇ ਔਰ ਪੈਟਰੋਲ ਤੇ ਕਿੰਨਾ ਵੈਟ ਅਸੀਂ ਅਦਾ ਕਰਦੇ ਹਾਂ। ਔਰ ਜਦੋਂ ਕਿਸਾਨ ਆਪਦੀਆਂ ਮੰਡੀ ਦੇ ਵਿੱਚ ਫਸਲ ਵੇਚ ਕੇ ਆਉਂਦਾ, ਉਹ 'ਤੇ ਵੀ ਟੈਕਸ ਕਟਾ ਕੇ ਆਉਣੇ ਅਸੀਂ ਇੰਨਾ ਟੈਕਸ ਕਟਾਉਣੇ ਆ। ਪਰ ਸਾਨੂੰ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਤਾਂ 2017 ਦੇ ਵਿੱਚ ਇੱਕ ਗ੍ਰਾਂਟ ਆਈ ਸੀ ਸਾਨੂੰ 1.5 ਲੱਖ ਰੁਪਏ ਦੀ। ਉਸ ਤੋਂ ਬਾਅਦ ਸਾਨੂੰ ਪੰਜਾਬ ਸਰਕਾਰ ਨੇ RDF ਗ੍ਰਾਂਟ ਹੀ ਨਹੀਂ ਦਿੱਤੀ। ਪਰ ਤੁਸੀਂ ਦੇਖਦੇ ਆ ਪਿੱਛੇ ਜੇ ਸੁਰਖੀਆਂ ਦੇ ਵਿੱਚ ਜਾਲੀ ਚੈੱਕ ਬਣਾ ਕੇ ਸਰਕਾਰ ਦੇ ਵਜ਼ੀਰਾਂ ਨੇ, ਇਹਨਾਂ ਦੇ ਵਿਧਾਇਕਾਂ ਨੇ ਵੰਡੇ ਕਿ ਅਸੀਂ ਦੇ ਰਹੇ ਹਾਂ। ਸਾਡੇ ਲੋਕ ਵੀ ਬੇਵਕੂਫ ਆ। ਸਾਡੇ ਲੋਕ ਇਸ ਕਰਕੇ ਬੇਵਕੂਫ ਬਣ ਜਾਂਦੇ ਆ ਕਿ ਯਾਰ ਹੁਣ ਫਲਾਣੇ ਨੇ ਜਦੋਂ ਗੁੱਸੇ 'ਚ ਬੋਲਦਾ ਕਿ ਜਦੋਂ ਮੇਰੀ ਸਰਕਾਰ ਆ ਗਈ ਮੈਂ ਫੜ ਕੇ ਇਹਨੂੰ ਜੇਲ੍ਹ ਦੇ ਵਿੱਚ ਤਾੜ ਦੂੰ, ਮੇਰੀ ਸਰਕਾਰ ਆ ਗਈ ਮੈਂ ਪੁੱਠਾ ਟੰਗ ਦੂੰ। ਅਸੀਂ ਇਹਨਾਂ ਗੱਲਾਂ 'ਤੇ ਖੁਸ਼ ਹੁੰਦੇ ਹਾਂ ਕਿ ਹਾਂ ਯਾਰ ਇਹਨੂੰ ਵੋਟਾਂ ਪਾਓ ਤੇ ਪੁੱਠਾ ਟੰਗ ਦੂ ਦੂਜੇ ਨੂੰ। ਉਹ ਯਾਰ ਸਾਨੂੰ ਉਹਦੇ ਪੁੱਠੇ ਟੰਗਣ ਨਾਲ ਕੀ ਹੈ? ਦੁਨੀਆ ਨੂੰ ਪਤਾ ਹੀ ਹੈ ਕਿਹਦਾ ਦਾਮਨ ਸਾਫ਼ ਆ। ਇਹ ਸਭ ਡਾਕੂ ਲੋਕ ਲੱਗੇ ਹੋਏ ਆ ਪੰਜਾਬ ਨੂੰ ਲੁੱਟਣ ਵਾਲੇ। ਕਦੇ ਦਿਲ ਕਰਦਾ ਕਿ ਇਹਦੇ ਸਾਡੇ ਕੋਲੇ ਪਾਵਰ ਹੋਵੇ, ਫਿਰ ਦੱਸਗੇ ਇਹਨਾਂ ਨੂੰ ਕਿਵੇਂ ਪੰਜਾਬ ਚੱਲਦਾ ਹੁੰਦਾ, ਕਿਵੇਂ ਕੁਛ ਕੀਤਾ ਜਾ ਸਕਦਾ। ਅੱਜ ਉਹ 5 ਦਰਿਆਵਾਂ ਦਾ ਪੰਜਾਬ ਵੀ ਸੁੱਕ ਰਿਹਾ ਕਿਉਂਕਿ ਸਾਡੀਆਂ ਸਰਕਾਰ ਦੀਆਂ ਨੀਤੀਆਂ ਸੀ। 1966 ਦੇ ਵਿੱਚ 3 ਲੱਖ ਹੈਕਟੇਅਰ ਹੀ ਝੋਨਾ ਲੱਗਦਾ ਸੀ। ਅੱਜ ਪੰਜਾਬ ਦੇ ਵਿੱਚ 30 ਲੱਖ ਹੈਕਟੇਅਰ ਝੋਨਾ ਅੱਜ ਪੰਜਾਬ ਦੇ ਵਿੱਚ ਲਵਾਇਆ ਜਾ ਰਿਹਾ। ਔਰ ਪੰਜਾਬ ਦੇ ਲੋਕ ਝੋਨਾ ਕਿੰਨਾ ਖਾਂਦੇ ਆ? ਚਾਵਲ 1%। ਪੱਤਝੜ ਵਿੱਚ ਪੱਤ ਝੜ ਗਏ, ਇਹ ਤਾਂ ਰੁੱਤਾਂ ਵਰਗੇ ਨੇ। ਪਾਣੀ ਪਾ ਪਾਲੇ, ਇਹ ਤਾਂ ਪੁੱਤਾਂ ਵਰਗੇ ਨੇ। ਜੇ ਨਾ ਰਹੀ ਹਰਿਆਲੀ, ਫਿਰ ਕੀ ਕਰਨਾ ਤਖਤਾਂ ਨੂੰ। ਸੁਣ ਬੇ ਭਾਈ ਆਰੇ ਵਾਲਿਆ, ਨਾ ਤੂੰ ਚੀਰ ਦਰਖਤਾਂ ਨੂੰ, ਤੂੰ ਨਾ ਚੀਰ ਦਰਖਤਾਂ ਨੂੰ। ਅਸਲ ਵਿੱਚ ਰਣਸੀਂਹ ਕਲਾਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ, ਨਾਅਰੇ ਮਾਰਨ ਦੇ ਵਿੱਚ ਨਹੀਂ। ਰਣਸੀਂਹ ਕਲਾਂ ਦੀ ਅੱਜ ਬੂੰਦ ਜਿਹੜੀ ਟਰੀਟ ਹੁੰਦੀ ਆ, ਉਹ ਟਰੀਟ ਹੋਣ ਤੋਂ ਬਾਅਦ ਉਹ 100 ਏਕੜ ਖੇਤੀ ਕਰਨ ਲਈ ਵਰਤੀ ਜਾਂਦੀ ਆ। ਔਰ ਇਸੇ ਤਰ੍ਹਾਂ ਜਿਹੜੇ ਗੰਦੇ ਛੱਪੜ ਸੀ ਪਿੰਡ ਦੇ, ਉਹਨਾਂ ਗੰਦੇ ਛੱਪੜਾਂ ਨੂੰ ਵੀ ਖੂਬਸੂਰਤ ਝੀਲਾਂ ਦੇ ਵਿੱਚ ਤਬਦੀਲ ਕਰਤਾ ਰਣਸੀਂਹ ਕਲਾਂ ਨੇ। ਹਰ ਇੱਕ ਪੌਦਾ ਲਾਉਣ ਵਾਲੇ ਨੂੰ 100 ਰੁਪਏ ਦਾ ਅਸੀਂ ਚੈੱਕ ਦਿੰਦੇ ਹਾਂ। ਔਰ ਜੇ ਕੋਈ 1 ਲਗਾਵੇਗਾ ਉਹਨੂੰ 100 ਰੁਪਇਆ, ਜੇ 2 ਲਗਾਵੇਗਾ ਉਹਨੂੰ 200 ਰੁਪਇਆ, ਜੇ 3 ਲਗਾਊਗਾ 300 ਰੁਪਇਆ, ਜੇ 4 ਲਗਾਊਗਾ 400 ਰੁਪਇਆ, ਜੇ 5 ਲਗਾਊਗਾ 500 ਰੁਪਇਆ। ਲੂਣਾ ਦਾ ਦਰਦ ਲਿਖਣ ਵਾਲਾ ਸ਼ੈਬੀ ਕਦੇ ਲਿਖਦਾ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ, ਕੁਝ ਰੁੱਖ ਮੈਨੂੰ ਮਾਵਾਂ, ਕੁਝ ਰੁੱਖ ਮੇਰੀ ਧੀਆਂ ਪੁੱਤਾਂ ਵਰਗੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੀ ਮਹਿਬੂਬਾ ਵਰਗੇ, ਚੁੰਮਾਂ ਤੇ ਗਲ ਲਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਉਣ ਰੁੱਖਾਂ ਦੀਆਂ ਛਾਵਾਂ। ਕਿੰਨੇ ਕੁ ਲੋਕ ਹੁਣ ਤੱਕ ਆ ਚੁੱਕੇ ਨੇ? ਹਾਲੇ ਸ਼ੁਰੂਆਤ ਹੋਈ ਹੈ ਮੁਹਿੰਮ ਦੀ। ਲੋਕ ਆਏ ਨੇ, ਘਰ ਦੇ ਵਿੱਚੋਂ ਲੈ ਕੇ ਗਏ ਨੇ ਰੁੱਖ ਬੂਟੇ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਾਡੀ ਮੁਹਿੰਮ ਨੂੰ ਹੰਗਾਰਾ ਮਿਲਿਆ। ਔਰ ਲਗਭਗ ਅਸੀਂ 700 ਜਿਹੜੇ ਰੁੱਖ ਹੁਣ ਤੱਕ ਅਸੀਂ ਵੰਡ ਚੁੱਕੇ ਹਾਂ। ਔਰ ਮੈਂ ਇਹ ਵੀ ਕਹਾਂ ਕਿ ਸਾਰੇ ਹੀ ਲੋਕ, ਜੇ ਮੈਂ ਆਖਾਂ ਕਿ ਉਹ ਪੈਸੇ ਨਹੀਂ ਲੈ ਕੇ ਗਏ। ਤੁਸੀਂ ਹਾਲੇ ਤੱਕ ਜਿਹੜਾ ਕਿਸੇ ਦੇ ਅੰਡਰ ਨਹੀਂ ਹੈਗੇ, ਹੈ ਨਾ, ਤੁਸੀਂ ਆਜ਼ਾਦ ਤੌਰ 'ਤੇ ਹੀ ਕੰਮ ਕਰ ਰਹੇ ਹੋ। ਤਾਂ ਜਿਹੜੇ ਇਹ ਪੈਸੇ ਤੁਸੀਂ ਦੇਣੇ ਆ ਆਪਣੀ ਜੇਬ ਤੋਂ ਜਾਣਗੇ ਜਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਗ੍ਰਾਂਟ ਮਿਲੀ ਹੈਗੀ ਹੈ? ਮੇਰੇ ਪਿੰਡ ਦੇ ਲੋਕ ਹੀ ਮੇਰੀ ਸਰਕਾਰ ਆ, ਮੇਰੇ ਪਿੰਡ ਦੇ ਲੋਕ ਹੀ ਮੇਰੀ ਬੈਂਕ ਆ। ਜੇ ਰਣਸੀਂਹ ਕਲਾਂ ਪਿੰਡ ਇੱਕ ਬਿਨਾਂ ਸਰਕਾਰ ਤੋਂ ਇਸ ਤਰ੍ਹਾਂ ਕੰਮ ਕਰ ਸਕਦਾ, ਯਾਰ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ? ਸਰਕਾਰਾਂ ਵਾਲੇ ਪਿੰਡ ਕਿਉਂ ਨਹੀਂ ਕਰ ਸਕਦੇ? ਕੁਝ ਰੁੱਖ ਮੈਨੂੰ ਪੁੱਤ ਲੱਗਦੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ, ਰੁੱਖ ਤੇ ਮੇਰੀ ਮਾਂ ਵਰਗੇ, ਜਿਉਣ ਰੁੱਖਾਂ ਦੀਆਂ ਛਾਵਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਇਹ ਰੁੱਖਾਂ ਦਾ ਜ਼ਿਕਰ ਮੈਂ ਕਿਉਂ ਕੀਤਾ ਹੈ ਜ਼ਰੂਰ ਦੱਸਾਂਗੇ। ਆਖਿਰਕਾਰ ਅਸੀਂ ਰੁੱਖਾਂ ਦਾ ਜ਼ਿਕਰ ਕਿਉਂ ਕਰ ਰਹੇ ਹਾਂ? ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਇਸ ਵੇਲੇ ਜਿਸ ਪਿੰਡ ਵਿੱਚ ਮੈਂ ਮੌਜੂਦ ਹਾਂ, ਇਹ ਪਿੰਡ ਹੈ ਰਣਸੀਂਹ ਕਲਾਂ। ਰਣਸੀਂਹ ਕਲਾਂ ਉਹ ਪਿੰਡ ਹੈ ਜੋ ਕਿਸੇ ਜਾਣ ਪਹਿਚਾਣ ਦਾ ਹੁਣ ਮੁਹਤਾਜ ਨਹੀਂ ਰਿਹਾ। ਇਸ ਪਿੰਡ ਦੇ ਜਿੱਥੇ ਚਰਚੇ ਦੇਸ਼ਾਂ ਵਿਦੇਸ਼ਾਂ 'ਚ ਹੁੰਦੇ ਨੇ, ਉੱਥੇ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਇੱਥੋਂ ਦਾ ਸਰਪੰਚ ਮਿੰਟੂ। ਸੋ ਮਿੰਟੂ ਨੇ ਸਭ ਤੋਂ ਪਹਿਲਾਂ ਮਿੰਨੀ ਸਰਕਾਰ ਇਸ ਪਿੰਡ ਵਿੱਚ ਬਣਾਈ ਔਰ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਕੰਮਾਂ ਦੀ ਸ਼ੁਰੂਆਤ ਕੀਤੀ ਕਿ ਅੱਜ ਜਿਹੜੇ ਨੇ ਅਖਬਾਰਾਂ ਦੇ ਵਿੱਚ, TV ਚੈਨਲਾਂ ਦੇ ਵਿੱਚ, ਹਰ ਪਿੰਡ ਵਿੱਚ ਮਿੰਟੂ ਦੇ ਚਰਚੇ ਹੁੰਦੇ ਨੇ। ਕਾਰਨ ਕੀ ਹੈ? ਸਭ ਤੋਂ ਪਹਿਲਾਂ ਪਿੰਡ ਵਿੱਚ ਬਣਾਇਆ ਜਾਂਦਾ ਹੈ ਸੀਵਰੇਜ।
ਸੀਵਰੇਜ ਪਾਇਆ ਜਾਂਦਾ ਹੈ। ਫਿਰ ਦੂਸਰੇ ਨੰਬਰ ਤੇ ਇਸੇ ਪਿੰਡ ਨੂੰ ਪਲਾਸਟਿਕ ਮੁਕਤ ਬਣਾਇਆ ਜਾਂਦਾ ਹੈ। ਤੀਸਰੇ ਨੰਬਰ ਤੇ ਜਿਹੜੇ ਕਿਸਾਨ ਪਰਾਲੀ ਸਾੜਦੇ ਸਨ, ਖੇਤਾਂ 'ਚ ਅੱਗ ਲਗਾਉਂਦੇ ਸਨ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਮੁਆਵਜ਼ਾ ਮਿਲੇਗਾ ਜੇਕਰ ਤੁਸੀਂ ਪਰਾਲੀ ਨਹੀਂ ਸਾੜੋਗੇ। ਹੁਣ ਚੌਥੇ ਨੰਬਰ ਤੇ ਇੱਕ ਐਸੀ ਮੁਹਿੰਮ ਸ਼ੁਰੂਆਤ ਕੀਤੀ ਗਈ ਹੈ, ਕਿਉਂਕਿ ਮੈਂ ਰੁੱਖਾਂ ਦਾ ਜ਼ਿਕਰ ਕੀਤਾ ਸੀ, ਉਹ ਇਸੇ ਲਈ ਜ਼ਿਕਰ ਕੀਤਾ ਸੀ ਕਿ ਜਿਹੜਾ ਇਸ ਪਿੰਡ ਦੇ ਵਿੱਚ ਰੁੱਖ ਲਗਾਵੇਗਾ ਤਾਂ ਪੈਸੇ ਕਮਾਵੇਗਾ। ਪੈਸੇ ਕਿਵੇਂ ਕਮਾਉਣੇ ਨੇ, ਪੈਸਾ ਆਉਣਾ ਕਿੱਥੋਂ ਹੈ, ਇਹ ਸਾਰੀਆਂ ਗੱਲਾਂ ਕਰਾਂਗੇ ਅਸੀਂ ਮਿੰਟੂ ਦੇ ਨਾਲ। ਆਓ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ ਮਿੰਟੂ ਸਰਪੰਚ ਦੇ ਨਾਲ। ਸੋ ਨੌਜਵਾਨ ਸਰਪੰਚ ਮਿੰਟੂ ਸਾਡੇ ਨਾਲ ਮੌਜੂਦ ਹੈ। ਸਭ ਤੋਂ ਪਹਿਲਾਂ ਡੇਲੀ ਪੋਸਟ ਪੰਜਾਬੀ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸ਼ੁਕਰੀਆ। ਐਂਡ ਅੱਜ ਫਿਰ ਤੋਂ ਅਸੀਂ ਆਏ ਹਾਂ ਮੁਲਾਕਾਤ ਕਰਨ ਦੇ ਲਈ, ਫਿਰ ਤੋਂ ਨਵੀਆਂ ਗੱਲਾਂ, ਨਵੇਂ ਚਰਚੇ, ਕਿਉਂਕਿ ਤੁਸੀਂ ਇਸ ਵੇਲੇ ਫਿਰ ਤੋਂ ਛਾਏ ਹੋਏ ਹੋ ਕਿ ਇੱਕ ਸਰਪੰਚ ਪੈਸੇ ਦੇ ਰਿਹਾ ਹੈ। ਇਹ ਪੈਸੇ ਵੀ ਰੁੱਖਾਂ ਦੇ ਲਈ। ਫੈਜ਼ ਅਹਿਮਦ ਫੈਜ਼ ਦਾ ਇੱਕ ਬਹੁਤ ਸ਼ਾਨਦਾਰ ਇੱਕ ਸ਼ੇਅਰ ਆ, ਉਹ ਕਹਿੰਦੇ ਚੋਰੀ ਚੋਰੀ ਚੁਪਕੇ ਚੁਪਕੇ, चोरी चोरी चुपके चुपके, नैन मिलाने के दिल लगाने के दिन आ गए। सुबह हमसे फिर पूछती फिरती है, सुबह हमसे फिर पूछती फिरती है कि चलो चमन को सजाने के दिन आ गए। चलो फैज चलो कहीं दिल लगाएं, सुना है कहीं दिल लगाने के दिन आ गए। फैज अहमद फैज दिल लगाउण दी रुੱਤ ਦਾ ਜ਼ਿਕਰ ਕਰਦਾ, ਪਰ ਪਿੰਡ ਰਣਸੀਂਹ ਕਲਾਂ ਰੁੱਖ ਲਗਾਉਣ ਤੇ ਰੁੱਖ ਲਵਾਉਣ ਦਾ ਜ਼ਿਕਰ ਕਰਦਾ। ਅੱਜ ਤੁਸੀਂ ਡੇਲੀ ਪੋਸਟ ਪੰਜਾਬੀ ਦੀ ਪੂਰੀ ਟੀਮ ਅੱਜ ਰਣਸੀਂਹ ਕਲਾਂ ਆਈ ਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਖੁਸ਼ ਆਮਦੀਦ ਆਖਦਾ ਔਰ ਤੁਹਾਡਾ ਮਸ਼ਕੂਰ ਹਾਂ ਕਿ ਤੁਸੀਂ ਅੱਜ ਰਣਸੀਂਹ ਕਲਾਂ ਦੇ ਨਾਲ ਗੱਲਬਾਤ ਕਰਨ ਆਏ ਹੋ ਕਿ ਰਣਸੀਂਹ ਕਲਾਂ ਨੇ ਇੱਕ ਨਵੇਕਲੀ ਜਿਹੜੀ ਮੁਹਿੰਮ ਛੇੜੀ ਆ ਰੁੱਖ ਲਗਾਉਣ ਦੀ, ਉਹ ਕਿਵੇਂ ਛੇੜੀ ਆ। ਔਰ ਮੈਂ ਤੁਹਾਨੂੰ ਪਿੰਡ ਰਣਸੀਂਹ ਕਲਾਂ ਪਹੁੰਚਣ ਤੇ ਜੀ ਆਇਆਂ ਨੂੰ ਆਖਦਾ ਜੀ। ਸ਼ੁਕਰੀਆ ਮਿੰਟੂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਤੁਸੀਂ ਹੁਣ ਇਹ ਕਹਿ ਰਹੇ ਹੋ ਕਿ ਜਿਹੜਾ ਰੁੱਖ ਲਗਾਏਗਾ, ਵਾਤਾਵਰਨ ਬਚਾਏਗਾ, ਉਹ ਪੈਸੇ ਕਮਾਏਗਾ, ਹੈ ਨਾ। ਸੋ ਇਹ ਪੈਸੇ ਜੇਕਰ ਕਮਾਉਣੇ ਕਿਸ ਤਰੀਕੇ ਦੇ ਨਾਲ ਆ, ਪੈਸੇ ਦਊਗਾ ਕੌਣ? ਜੇ ਮੰਨ ਲਓ ਪਿੰਡ ਦੇ ਵਿੱਚ ਕੋਈ ਇੱਕ ਨੌਜਵਾਨ ਉੱਠਿਆ, ਉਸਨੇ 5 ਰੁੱਖ ਲਾਏ, ਤਾਂ ਤੁਸੀਂ ਕਹਿ ਰਹੇ ਹੋ ਕਿ ਮੈਂ 500 ਰੁਪਏ ਦੇਣਾ ਉਹਨੂੰ। ਅਸਲ ਵਿੱਚ ਰਣਸੀਂਹ ਕਲਾਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ, ਨਾਅਰੇ ਮਾਰਨ ਦੇ ਵਿੱਚ ਨਹੀਂ। ਰਣਸੀਂਹ ਕਲਾਂ ਨੇ ਹੁਣ ਤੱਕ ਇਹੋ ਜਿਹੇ ਨਵੇਕਲੇ ਕੰਮ ਕੀਤੇ ਆ ਜਿਹੜੇ ਕੰਮ ਮੈਂ ਸਮਝਦਾ ਕਿ ਸਰਕਾਰਾਂ ਨਹੀਂ ਕਰਦੀਆਂ, ਜਿਹੜੇ ਕੰਮ ਬਿਨਾਂ ਸਰਕਾਰਾਂ ਤੋਂ ਲੋਕਾਂ ਨੂੰ ਮੁਸ਼ਕਲ ਹੋ ਜਾਂਦੇ ਕਰਨ। ਪਿੰਡ ਨੂੰ ਗੰਦੇ ਪਾਣੀ ਤੋਂ ਮੁਕਤ ਕਰਨਾ ਰਣਸੀਂਹ ਕਲਾਂ ਨੂੰ, ਅੱਜ ਪਿੰਡ ਰਣਸੀਂਹ ਕਲਾਂ ਗੰਦੇ ਪਾਣੀ ਤੋਂ ਮੁਕਤ ਆ। ਸਾਰੇ ਪਿੰਡ ਵਿੱਚ ਸੀਵਰੇਜ ਪਿਆ ਹੋਇਆ, ਕੋਈ ਵੀ ਓਪਨ ਡਰੇਨਿੰਗ ਨਹੀਂ ਰਣਸੀਂਹ ਕਲਾਂ ਦੇ ਵਿੱਚ। ਔਰ ਫਿਰ ਉਹ ਗੰਦੇ ਪਾਣੀ ਨੂੰ ਟਰੀਟ ਕਰਨ ਲਈ ਟਰੀਟਮੈਂਟ ਪਲਾਂਟ ਲਗਾਇਆ ਗਿਆ। ਰਣਸੀਂਹ ਕਲਾਂ ਦੀ ਅੱਜ ਬੂੰਦ ਬੂੰਦ ਜਿਹੜੀ ਟਰੀਟ ਹੁੰਦੀ ਆ, ਉਹ ਟਰੀਟ ਹੋਣ ਤੋਂ ਬਾਅਦ ਉਹ 100 ਏਕੜ ਖੇਤੀ ਕਰਨ ਲਈ ਵਰਤੀ ਜਾਂਦੀ ਆ। ਔਰ ਇਸੇ ਤਰ੍ਹਾਂ ਜਿਹੜੇ ਗੰਦੇ ਛੱਪੜ ਸੀ ਪਿੰਡ ਦੇ, ਉਹਨਾਂ ਗੰਦੇ ਛੱਪੜਾਂ ਨੂੰ ਵੀ ਖੂਬਸੂਰਤ ਝੀਲਾਂ ਦੇ ਵਿੱਚ ਤਬਦੀਲ ਕਰਤਾ ਰਣਸੀਂਹ ਕਲਾਂ ਨੇ। ਔਰ ਇਸੇ ਤਰ੍ਹਾਂ ਹੀ ਆਪਣੇ ਪਿੰਡ ਦੇ ਵਿੱਚ ਖੂਬਸੂਰਤ ਪਾਰਕ ਬਣਾਏ, ਨਵੇਕਲੇ ਕੰਮ ਕਰਦਾ ਰਣਸੀਂਹ ਕਲਾਂ। ਔਰ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਕਿ ਮੈਂ ਦੇਸ਼ ਨੂੰ ਸਵੱਛ ਕਰਨਾ, ਸਵੱਛ ਭਾਰਤ ਦੀ ਮੁਹਿੰਮ ਚਲਾਈ 2014 ਦੇ ਵਿੱਚ। ਨਰਿੰਦਰ ਮੋਦੀ 2014 ਦੇ ਵਿੱਚ ਪਹਿਲੀ ਮਰਤਬਾ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ, ਵਜ਼ੀਰ ਆਜ਼ਮ ਬਣਦਾ। ਔਰ ਅਸੀਂ ਜਦੋਂ ਮੈਂ ਪਹਿਲੀ ਮਰਤਬਾ 2013 ਦੇ ਵਿੱਚ ਸਰਪੰਚ ਬਣਿਆ ਸੀ, ਔਰ ਅਸੀਂ ਉਦੋਂ ਪਹਿਲਾਂ ਹੀ ਆਪਦੇ ਪਿੰਡ ਨੂੰ ਸਵੱਛ ਕਰਨ ਦੀ ਖਾਤਰ ਮੈਂ ਨੌਜਵਾਨਾਂ ਦੀ ਟੀਮ ਨਾਲ, ਆਪਣੀ ਗ੍ਰਾਮ ਪੰਚਾਇਤ ਨਾਲ, ਅਸੀਂ ਪਿੰਡ ਦੀਆਂ ਗਲੀਆਂ ਨੂੰ ਸਾਫ਼ ਸੁਥਰਾ ਕਰਨ ਲਈ ਝਾੜੂ ਮਾਰ ਰਹੇ ਸੀ। ਔਰ ਅਸੀਂ ਉਦੋਂ ਪਹਿਲਾਂ ਹੀ ਸਵੱਛ ਕਰ ਰਹੇ ਸੀ, ਔਰ ਅੱਜ ਤੱਕ ਅਸੀਂ ਸਵੱਛਤਾ ਦੇ ਵੱਲ ਜਾ ਰਹੇ ਹਾਂ। ਔਰ ਦੇਸ਼ ਦਾ ਪਹਿਲਾ ਪਿੰਡ ਆ ਜਿਹੜਾ ਸਵੱਛ ਭਾਰਤ ਦੇ ਵਿੱਚੋਂ ਫਸਟ ਆਇਆ 2019 ਦੇ ਵਿੱਚੋਂ ਰਣਸੀਂਹ ਕਲਾਂ। ਔਰ ਇਸੇ ਤਰ੍ਹਾਂ ਹੀ ਆਪਣੇ ਪਿੰਡ ਦੇ ਨੂੰ ਪਲਾਸਟਿਕ ਮੁਕਤ ਕਰਨ ਲਈ ਅਸੀਂ ਇੱਕ ਮੁਹਿੰਮ ਛੇੜੀ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦਾ ਕਿ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ, ਪਰ ਹੁੰਦਾ ਕੁਝ ਵੀ ਨਹੀਂ। ਰਣਸੀਂਹ ਕਲਾਂ ਇੱਕ ਨਵੇਕਲੇ ਕੰਮ ਲੈ ਕੇ ਆਉਂਦਾ, ਨਵੇਕਲੇ ਇਹੋ ਜਿਹੇ ਟਿਪਸ ਲੈ ਕੇ ਆਉਂਦਾ ਜਿਹੜੇ ਸਰਕਾਰਾਂ ਨੂੰ ਵੀ ਗ੍ਰਹਿਣ ਕਰਨੇ ਪੈਣੇ ਆ ਹੌਲੀ ਹੌਲੀ, ਕਿ ਜਿਵੇਂ ਰਣਸੀਂਹ ਕਲਾਂ ਤੋਂ ਸਿੱਖੋ ਯਾਰ ਰਣਸੀਂਹ ਕਲਾਂ ਕਿਵੇਂ ਕਰਦਾ। ਅਸੀਂ ਲੋਕਾਂ ਨੂੰ ਆਖਿਆ ਕਿ ਤੁਸੀਂ ਸਾਡੇ ਕੋਲੇ ਪਲਾਸਟਿਕ ਲੈ ਕੇ ਆਓ, ਸਾਡੇ ਕੋਲੇ ਗੰਦੇ ਲਿਫਾਫੇ ਲੈ ਕੇ ਆਓ, ਹੋਰ ਪਲਾਸਟਿਕ ਦਾ ਸਮਾਨ ਲੈ ਕੇ ਆਓ ਜਿਹੜਾ ਕਚਰਾ ਬਣ ਜਾਂਦਾ, ਔਰ ਅਸੀਂ ਤੁਹਾਨੂੰ ਉਹਦੇ ਬਦਲ ਦੇ ਵਿੱਚ ਖੰਡ ਦੇਵਾਂਗੇ ਤੇ ਗੁੜ ਦੇਵਾਂਗੇ। ਔਰ ਇੱਕ ਨਵੇਕਲੀ ਸਾਡੀ ਜਿਹੜੀ ਇਹ ਪਹਿਲ ਕਦਮੀ ਸੀ, ਔਰ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਵਿੱਚੋਂ ਇੱਕ ਪਿੰਡ ਪਹਿਲਾਂ ਹੀ ਸੀ ਰਣਸੀਂਹ ਕਲਾਂ ਕਿ ਜਿਹੜਾ ਪਲਾਸਟਿਕ ਬਦਲੇ ਲੋਕਾਂ ਨੂੰ ਖੰਡ ਤੇ ਗੁੜ ਦਿੰਦਾ ਹੈ। ਔਰ ਉਸੇ ਤਰ੍ਹਾਂ ਹੁਣ ਅਸੀਂ ਇੱਕ ਨਵੇਕਲੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਕਿ ਰੁੱਖ ਲਗਾਓ, ਵਾਤਾਵਰਨ ਬਚਾਓ ਤੇ ਪੈਸੇ ਕਮਾਓ। ਔਰ ਇਕੱਲੇ ਪੈਸੇ ਨਹੀਂ ਕਮਾਓ, ਨਾਲ ਇਹ ਵੀ ਨਾਲ ਅਸੀਂ ਨਾਲ ਜਿਹੜੇ ਪੌਦੇ ਦਿੰਦੇ ਆ ਕਿ ਮਿੱਠੇ ਫਲ ਵੀ ਖਾਓ।
ਅਸੀਂ ਲੋਕਾਂ ਨੂੰ ਫਰੂਟ ਵਾਲੇ ਸਾਰੇ ਜਿਹੜੇ ਪੌਦੇ ਦਿੰਨੇ ਆ ਔਰ ਲੋਕਾਂ ਨੂੰ ਅੰਬ ਦੇ ਪੌਦੇ ਦਿੰਨੇ ਆ, ਅਸੀਂ ਲੋਕਾਂ ਨੂੰ ਜਾਮਣ ਦਿੰਨੇ ਆ, ਅਸੀਂ ਅਮਰੂਦ ਦਿੰਨੇ ਆ, ਆਲੂ ਬੁਖਾਰਾ ਦਿੰਨੇ ਆ, ਚੀਕੂ ਦਿੰਨੇ ਆ, ਨਾਸਪਾਤੀ ਦਿੰਨੇ ਆ, ਠੀਕ ਆ। ਇਸੇ ਤਰ੍ਹਾਂ ਅਸੀਂ ਹਰੇਕ ਕਿਸਮ ਦਾ ਫਰੂਟ ਵਾਲਾ ਜਿਹੜੇ ਲੋਕਾਂ ਨੂੰ ਪੌਦੇ ਦੇ ਰਹੇ ਆ, ਨਾਲ ਉਹਨਾਂ ਨੂੰ ਹਰ ਇੱਕ ਪੌਦਾ ਲਾਉਣ ਵਾਲੇ ਨੂੰ 100 ਰੁਪਏ ਦਾ ਅਸੀਂ ਚੈੱਕ ਦਿੰਨੇ ਆ। ਔਰ ਜੇ ਕੋਈ ਇੱਕ ਲਗਾਵੇਗਾ ਉਹਨੂੰ 100 ਰੁਪਇਆ, ਜੇ 2 ਲਗਾਵੇਗਾ ਉਹਨੂੰ 200 ਰੁਪਇਆ, ਜੇ 3 ਲਗਾਊਗਾ 300 ਰੁਪਇਆ, ਜੇ 4 ਲਗਾਊਗਾ 400 ਰੁਪਇਆ, ਜੇ 5 ਲਗਾਊਗਾ 500 ਰੁਪਇਆ। ਪੌਦੇ ਲਗਾਓ, ਪੈਸੇ ਕਮਾਓ। ਇੱਕ ਨਵੇਕਲੀ ਗੱਲ ਆ, ਸੁਣਨ ਨਾਲ ਨੂੰ ਅਚੰਭਾ ਲੱਗਦਾ ਕਿ ਯਾਰ ਰੁੱਖਾਂ ਦੇ ਨਾਲ ਪੈਸੇ ਵੀ ਦਿੱਤੇ ਜਾਂਦੇ ਆ, ਕੋਈ ਸੋਚ ਵੀ ਨਹੀਂ ਸਕਦਾ ਕਿ ਇਸ ਤਰ੍ਹਾਂ ਹੋ ਸਕਦਾ। ਪਰ ਨਰਸਿੰਘ ਕਲਾਂ ਇੱਕ ਨਵੇਂ ਢੰਗ ਨਾਲ ਸੋਚਣ ਵਾਲਾ ਪਿੰਡ ਆ। ਬੇਸ਼ੱਕ ਇੱਥੇ ਇਹ ਨਰਸਿੰਘ ਕਲਾਂ ਵੀ ਦੂਜੇ ਪਿੰਡਾਂ ਵਰਗਾ ਹੀ ਪਿੰਡ ਆ, ਦੂਜੇ ਪਿੰਡਾਂ ਦੇ ਲੋਕਾਂ ਵਰਗੇ ਲੋਕ ਆ, ਪਰ ਇਹ ਪਿੰਡ ਨਰਸਿੰਘ ਕਲਾਂ ਦੂਜੇ ਪਿੰਡਾਂ ਨੂੰ ਵੱਖਰਾ ਸੋਚਦਾ, ਇਹ ਵੱਖਰੀਆਂ ਡਾਰੀਆਂ ਮਾਰਦਾ, ਜਿਹਦੇ ਕਰਕੇ ਤੁਹਾਡੇ ਵਰਗੇ ਐਡੇ ਵੱਡੇ ਪੱਤਰਕਾਰ ਆ ਜਿਹੜੇ ਨਰਸਿੰਘ ਕਲਾਂ ਵਿੱਚ ਆਉਣ ਨੂੰ ਮਜਬੂਰ ਹੋ ਜਾਂਦੇ ਆ ਕਿ ਨਰਸਿੰਘ ਕਲਾਂ ਕੀ ਕਰਦਾ। ਗੱਲ ਕਰ ਲੈਂਦੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਚੈੱਕ ਦਿੰਦੇ ਆ 100 500 ਜਿੰਨਾ ਵੀ ਰੁੱਖ ਲਗਾਏਗਾ, ਉਹ ਰੁੱਖ ਵੀ ਤੁਸੀਂ ਦੇਣੇ ਉਹਨਾਂ ਨੂੰ? ਬਿਲਕੁਲ ਜੀ, ਰੁੱਖ ਵੀ ਅਸੀਂ ਦਿੰਨੇ ਆ। ਔਰ ਮੈਂ ਤੁਹਾਨੂੰ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਆ ਕਿ ਸਾਰੇ ਹੀ ਰੁੱਖ ਵਧੀਆ ਕਿਸਮ ਦੇ, ਵਧੀਆ ਕੁਆਲਿਟੀ ਦੇ ਔਰ ਪੀਏਯੂ ਤੋਂ ਲੁਧਿਆਣੇ ਤੋਂ ਅਸੀਂ ਮੰਗਵਾ ਕੇ ਅਸੀਂ ਰੁੱਖ ਦੇ ਰਹੇ ਹਾਂ। ਕਿਤੇ ਨਾ ਕਿਤੇ ਉਹਨਾਂ ਜਿਹੜੇ ਲੋਕ ਨੇ ਜੋ ਵਾਤਾਵਰਨ ਨੂੰ ਗੰਦਲਾ ਕਰ ਰਹੇ ਨੇ ਜਾਂ ਰੁੱਖ ਲਗਾਉਣ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੀ ਹੋਏਗੀ। ਉਹਨਾਂ ਨੂੰ ਸ਼ਰਮ ਵੀ ਆਏਗੀ ਕਿ ਲੈ ਅਸੀਂ ਹੁਣ ਰੁੱਖ ਵੀ ਲੈ ਕੇ ਆਉਣੇ ਆ, ਪੈਸੇ ਵੀ ਲੈ ਕੇ ਆਉਣੇ ਆ, ਤੇ ਕਿਉਂ ਨਾ ਅਸੀਂ ਆਪ ਹੀ ਰੁੱਖ ਲਗਾ ਲਈਏ। ਕਿਤੇ ਇਹ ਤਾਂ ਨਹੀਂ ਮੋਟਿਵ ਸੀਗਾ ਕਿ ਲੋਕਾਂ ਦੀ ਅੰਦਰੋਂ ਮਰਦੀ ਜਾਂਦੀ ਜ਼ਮੀਰ ਨੂੰ ਜਗਾਉਣ ਦੇ ਲਈ ਉਪਰਾਲਾ ਹੈ? ਅਸਲ ਵਿੱਚ ਜੀ ਕੋਈ ਵੀ ਜਿਹੜੀ ਮੁਹਿੰਮ ਹੁੰਦੀ ਆ ਉਹ ਇੱਕ ਜਾਗ ਵਰਗੀ ਹੁੰਦੀ ਆ, ਸੁੱਤੇ ਪਏ ਲੋਕਾਂ ਨੂੰ ਜਗਾਉਣ ਵਾਲੀ ਹੁੰਦੀ ਆ। ਔਰ ਨਰਸਿੰਘ ਕਲਾਂ ਪਲਾਸਟਿਕ ਜਦੋਂ ਪਹਿਲੀ 2019 ਦੇ ਵਿੱਚ ਅਸੀਂ 21 ਅਕਤੂਬਰ ਨੂੰ ਸ਼ੁਰੂ ਕੀਤੀ ਸੀ ਕਿ ਜਦੋਂ ਅਸੀਂ ਲੋਕਾਂ ਨੂੰ ਆਖਿਆ ਸਾਡੇ ਕੋਲ ਪਲਾਸਟਿਕ ਲੈ ਕੇ ਆਓ, ਖੰਡ ਲੈ ਜਾਓ ਸਾਡੇ ਤੋਂ, ਇਹ ਸਾਡੀ ਚੇਟਕ ਸੀ ਲੋਕਾਂ ਨੂੰ ਕਿ ਲੋਕ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਮਿੱਠੇ ਗੁੜ ਦਾ, ਮਿੱਠੀਆਂ ਖਜੂਰਾਂ ਦਾ ਲਾਲਚ ਦੇ ਕੇ ਬਾਬੇ ਫਰੀਦ ਨੂੰ ਖੁਦਾ ਦੀ ਨਵਾਜ਼ ਅਦਾ ਕਰਨ ਲਾਇਆ ਸੀ। ਔਰ ਇੱਕ ਦਿਨ ਬਾਬਾ ਫਰੀਦ ਜਿਹੜਾ ਲਾਲਚ ਦੇ ਵੱਜ ਕੇ ਖੁਦਾ ਦੀ ਨਵਾਜ਼ ਅਦਾ ਕਰਦਾ ਸੀ, ਇਬਾਦਤ ਕਰਦਾ ਸੀ, ਉਹੀ ਬਾਬੇ ਫਰੀਦ ਨੂੰ ਕਹਿਣਾ ਪਿਆ ਕਿ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤਾਂ ਮਿੱਠੀਆਂ ਪਰ ਰੱਬ ਨਾ ਪੁੱਜਣ ਤੁਧ। ਬਾਬੇ ਫਰੀਦ ਨੂੰ ਵੀ ਕਹਿਣਾ ਪਿਆ ਕਿ ਜਿਹੜੀਆਂ ਦੁਨੀਆ ਦੀਆਂ ਵਸਤਾਂ ਇਹ ਗੁੜ ਵਾਕਈ ਮਿੱਠਾ, ਖੰਜੂਰ ਵੀ ਮਿੱਠੀ ਆ, ਪਰ ਜਿਹੜਾ ਰੱਬ ਦੇ ਨਾਮ ਦੇ ਵਿੱਚ ਰਸ ਆ ਉਹਦੇ ਨਾਲ ਦੀ ਕੋਈ ਰੀਸ ਨਹੀਂ। ਉਹ ਇੱਕ ਚੇਟਕ ਸੀ, ਉਹਦੀ ਮਾਂ ਨੇ ਉਸ ਨੂੰ ਲਾਈ ਤੇ ਬਾਬੇ ਫਰੀਦ ਨੂੰ ਫਿਰ ਉਹ ਪਦਾਰਥ ਫਿੱਕੇ ਲੱਗਣ ਲੱਗ ਗਏ। ਉਵੇਂ ਸਾਡੀਆਂ ਜਿਹੜੀਆਂ ਇਹ ਮੁਹਿੰਮਾਂ ਛੇੜੀਆਂ ਜਾਂਦੀਆਂ, ਅਸੀਂ ਲੋਕਾਂ ਨੂੰ ਚੇਟਕ ਲਾਉਣੇ ਆ। ਇਹ ਇਸ ਤਰ੍ਹਾਂ ਕੀਤਾ ਜਾ ਸਕਦਾ ਯਾਰ, ਕਿਉਂ ਨਹੀਂ ਕੀਤਾ ਜਾ ਸਕਦਾ? ਰੁੱਖਾਂ ਨਾਲ ਤੁਸੀਂ ਪ੍ਰੇਮ ਕਰੋ, ਪਿਆਰ ਕਰੋ। ਜਿਵੇਂ ਤੁਸੀਂ ਸ਼ਿਵ ਕੁਮਾਰ ਬਟਾਲਵੀ ਜਿਹਨੇ ਕਦੇ ਲੂਣਾ ਦਾ ਦਰਦ ਲਿਖਿਆ, ਉਹ ਲੂਣਾ ਦਾ ਦਰਦ ਲਿਖਣ ਵਾਲਾ ਸ਼ਿਵ ਵੀ ਕਦੇ ਲਿਖਦਾ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ, ਕੁਝ ਰੁੱਖ ਮੈਨੂੰ ਮਾਵਾਂ, ਕੁਝ ਰੁੱਖ ਮੇਰੀ ਧੀਆਂ ਪੁੱਤਾਂ ਵਰਗੇ, ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੀ ਮਹਿਬੂਬਾ ਵਰਗੇ, ਚੁੰਮਾਂ ਤੇ ਗਲ ਲਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਉਣ ਰੁੱਖਾਂ ਦੀਆਂ ਛਾਵਾਂ। ਸ਼ਿਵ ਕੁਮਾਰ ਬਟਾਲਵੀ ਸਾਰੀਆਂ ਸਾਂਝਾਂ ਰੁੱਖਾਂ ਨਾਲ ਪਾ ਲੈਂਦਾ। ਉਹਨੂੰ ਰੁੱਖ ਆਪਦੇ ਪੁੱਤਾਂ ਵਰਗੇ ਵੀ ਲੱਗਦੇ ਆ, ਕਦੇ ਉਹਨੂੰ ਆਪਦੀ ਮਹਿਬੂਬਾ ਵਰਗੇ ਲੱਗਦੇ ਆ ਤੇ ਕਦੇ ਮਾਂ ਵਰਗੇ ਲੱਗਦੇ ਆ। ਤੇ ਅੰਤ ਵਿੱਚ ਸ਼ਿਵ ਕੁਮਾਰ ਬਟਾਲਵੀ ਇਹ ਕਹਿੰਦਾ ਕਿ ਜੇ ਰੁੱਖਾਂ ਦੀਆਂ ਛਾਵਾਂ ਜਿਉਂਦੀਆਂ ਰਹਿਣਗੀਆਂ ਫਿਰ ਮਨੁੱਖ ਜਿਉਂਦੇ ਰਹਿਣਗੇ, ਕਿਉਂਕਿ ਰੁੱਖਾਂ ਦਾ ਤੇ ਮਨੁੱਖਾਂ ਦਾ ਜਿਹੜਾ ਰਿਸ਼ਤਾ ਇਹ ਧੁਰ ਦਰਗਾਹੀ ਰਿਸ਼ਤਾ, ਗੂੜਾ ਰਿਸ਼ਤਾ। ਜੇ ਰੁੱਖ ਜਿਉਂਦੇ ਰਹਿਣਗੇ ਤੇ ਮਨੁੱਖਾਂ ਦੀਆਂ ਡਾਰਾਂ ਧਰਤੀ ਉੱਤੇ ਜਿਉਂਦੀਆਂ ਰਹਿਣਗੀਆਂ, ਨਹੀਂ ਰੁੱਖਾਂ ਬਿਨਾਂ ਮਨੁੱਖਾਂ ਦਾ ਜਿਉਣਾ ਵੀ ਅਸੰਭਵ ਹੋ ਜੂ। ਇਸ ਕਰਕੇ ਨਰਸਿੰਘ ਕਲਾਂ ਨੇ ਇੱਕ ਮੁਹਿੰਮ ਛੇੜੀ ਆ ਕਿ ਰੁੱਖ ਲਗਾਓ, ਵਾਤਾਵਰਨ ਬਚਾਓ ਤੇ ਪੈਸੇ ਕਮਾਓ। ਕਿੰਨੇ ਕੁ ਲੋਕ ਹੁਣ ਤੱਕ ਆ ਚੁੱਕੇ ਨੇ? ਹਾਲੇ ਸ਼ੁਰੂਆਤ ਹੋਈ ਹੈ ਮੁਹਿੰਮ ਦੀ, ਲੋਕ ਆਏ ਨੇ ਘਰ ਦੇ ਵਿੱਚੋਂ ਲੈ ਕੇ ਗਏ ਨੇ ਰੁੱਖ ਬੂਟੇ? ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਾਡੀ ਮੁਹਿੰਮ ਨੂੰ ਹੰਗਾਰਾ ਮਿਲਿਆ ਔਰ ਲਗਭਗ ਅਸੀਂ 700 ਜਿਹੜੇ ਰੁੱਖ ਹੁਣ ਤੱਕ ਅਸੀਂ ਵੰਡ ਚੁੱਕੇ ਹਾਂ। ਔਰ ਮੈਂ ਇਹ ਵੀ ਕਹਾਂ ਕਿ ਸਾਰੇ ਹੀ ਲੋਕ, ਜੇ ਮੈਂ ਆਖਾਂ ਕਿ ਉਹ ਪੈਸੇ ਨਹੀਂ ਲੈ ਕੇ ਗਏ, ਸਾਰੇ ਲੋਕ ਪੈਸੇ ਨਹੀਂ ਲੈ ਕੇ ਗਏ, ਕਿਉਂਕਿ ਬਹੁਤ ਸਾਰੇ ਬੁੱਧੀਮਾਨ ਸਮਝਦਾਰ ਮਨੁੱਖ ਇਸ ਗੱਲ ਨੂੰ ਸਮਝਦੇ ਸੀ ਕਿ ਇਹ ਇੱਕ ਚੇਟਕ ਲਾਉਣ ਵਾਲੀ ਗੱਲ ਆ, ਸਾਨੂੰ ਰੁੱਖਾਂ ਨਾਲ ਪ੍ਰੇਮ ਸਿਖਾਉਣ ਵਾਲੀ ਗੱਲ ਆ ਕਿ ਰੁੱਖਾਂ ਨੂੰ ਬਚਾਵਾਂਗੇ ਤਾਂ ਮਨੁੱਖ ਬਚਣਗੇ, ਸਾਡੀਆਂ ਆਉਣ ਵਾਲੀਆਂ ਨਸਲਾਂ ਬਚਣਗੀਆਂ, ਵਾਤਾਵਰਨ ਬਚੂਗਾ। ਕਿ ਉਹਦੇ ਕਰਕੇ ਸਾਰਾ ਗ੍ਰਾਮ ਪੰਚਾਇਤ ਨਰਸਿੰਘ ਕਲਾਂ ਵੱਲੋਂ ਜਿਹੜਾ ਕੰਮ ਕੀਤਾ ਜਾਂਦਾ। ਔਰ ਮੈਨੂੰ ਖੁਸ਼ੀ ਹੈ ਕਿ ਨਰਸਿੰਘ ਕਲਾਂ ਦੇ ਦਾਨੇ ਮਨੁੱਖ, ਦਾਨਸ਼ਮੰਦ ਮਨੁੱਖ ਇਸ ਮੁਹਿੰਮ ਨਾਲ ਜੁੜ ਕੇ ਆਪਣੇ ਪਿੰਡ ਨੂੰ ਹਰਾ ਭਰਿਆ ਕਰ ਰਹੇ ਆ। ਮਿੰਟੂ ਜੀ, ਤੁਸੀਂ ਕਹਿ ਰਹੇ ਹੋ ਕਿ ਆਓ ਰੁੱਖ ਲੈ ਕੇ ਜਾਓ, ਪੈਸੇ ਲੈ ਜਾਓ, ਔਰ ਬਹੁਤ ਸਾਰੇ ਲੋਕਾਂ ਨੇ ਨਹੀਂ ਵੀ ਲੈ ਪੈਸੇ, ਹੈ ਨਾ, ਔਰ ਰੁੱਖ ਲੈ ਗਏ।
ਇਹ ਜ਼ਿੰਮੇਵਾਰੀ ਬਣੇਗੀ ਉਹਨਾਂ ਦੀ ਕਿ ਜਸਟ ਉਹਨਾਂ ਨੇ ਸੋਚਿਆ ਕਿ ਸਾਡਾ ਪਿੰਡ ਦਾ ਸਰਪੰਚ ਹੈ, ਐਲਾਨ ਕੀਤਾ ਹੈ ਰੁੱਖ ਲਾ ਦਿਓ ਜੀ, ਓਕੇ ਆ, ਪਰ ਇਹ ਤੇ ਬਾਅਦ ਵਿੱਚ ਜਿੱਥੇ ਉਹ ਰੁੱਖ ਲਾਇਆ ਗਿਆ ਉਹਦਾ ਪਾਲਣ ਪੋਸ਼ਣ ਕਿਹਨੇ ਕਰਨਾ ਹੈ, ਕਿੰਨੀ ਦੇਰ ਤੱਕ ਉਹ ਵੱਡਾ ਹੋਏਗਾ, ਉਹਨੂੰ ਮਿੱਟੀ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਖਾਦ ਕੋਈ ਚਾਹੀਦੀ ਆ, ਜੋ ਕਿਸ ਤਰੀਕੇ ਨਾਲ ਉਹਨੂੰ ਪਾਲਣਾ ਵੱਡਾ ਕਰਨਾ ਹੈ। ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦੀ ਅਸੀਂ ਐਗਜ਼ਾਮਪਲ ਵੀ ਦਿੰਦੇ ਕਿ ਰੁੱਖ ਮੈਨੂੰ ਪੁੱਤਾਂ ਵਾਂਗ ਲੱਗਦੇ ਨੇ, ਪੁੱਤ ਨੂੰ ਵੀ ਬੜੇ ਪਿਆਰ ਨਾਲ ਮਾਵਾਂ ਪਾਲਦੀਆਂ ਨੇ, ਤਾਂ ਜੇ ਅਸੀਂ ਇੱਕ ਰੁੱਖ ਲਾਵਾਂਗੇ ਤਾਂ ਪਾਲਣਾ ਤਾਂ ਉਹਨੂੰ ਵੀ ਪੈਣਾ ਹੈ। ਬਿਲਕੁਲ ਜੀ, ਅਸੀਂ ਪਿੰਡ ਦੇ ਲੋਕਾਂ ਨੂੰ ਇਹ ਦੱਸਿਆ ਕਿ ਜਦੋਂ ਵੀ ਤੁਹਾਨੂੰ ਕੋਈ ਆਪਣੇ ਰੁੱਖ ਪਾਲਣ ਦੇ ਵਿੱਚ ਤੁਹਾਨੂੰ ਤਕਲੀਫ ਆਉਂਦੀ ਸਾਨੂੰ ਜ਼ਰੂਰ ਦੱਸੋ, ਕਿਉਂ ਵੀ ਕਈ ਵਾਰੀ ਉਹਨੂੰ ਖਾਦ ਪਾਉਣੀ ਪੈਂਦੀ ਆ, ਕੁਝ ਇਹੋ ਜਿਹੀਆਂ ਬਿਮਾਰੀਆਂ ਪੈ ਜਾਂਦੀਆਂ ਜਿਵੇਂ ਖਾਸ ਕਰਕੇ ਫੰਗਸ ਦੀ ਇਹਨਾਂ ਨੂੰ ਪੌਦਿਆਂ ਨੂੰ ਜਾਣੀ ਬਿਮਾਰੀ ਪੈ ਜਾਂਦੀ ਆ, ਥੱਲੇ ਸਿਉਂਕ ਪੈ ਜਾਂਦੀ ਆ। ਉਹ ਵਾਕਈ ਮੇਰੇ ਇੱਕ ਬਹੁਤ ਵੱਡੇ ਡਾਕਟਰ ਆ ਜਿਹੜੇ ਪਟਿਆਲਾ PAU ਲੁਧਿਆਣਾ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨਾਲ ਮੈਂ ਗੱਲ ਕੀਤੀ ਆ। ਉਹ ਕਹਿੰਦੇ ਬਕਾਇਦਾ ਅਸੀਂ ਜਦੋਂ ਵੀ ਤੁਹਾਨੂੰ ਲੋੜ ਪਊਗੀ ਸਾਡੀ ਹੈਲਪ ਦੀ, ਅਸੀਂ ਤੁਹਾਡੇ ਜਿੱਥੇ ਵੀ ਇਹ ਪੌਦੇ ਲੱਗੇ ਆ, ਜਿਨ੍ਹਾਂ ਘਰਾਂ ਦੇ ਵਿੱਚ ਲੱਗੇ, ਜਿਹਨੂੰ ਲੋੜ ਮਹਿਸੂਸ ਹੋ ਗਈ, ਜ਼ਰੂਰ ਚੈੱਕ ਕਰਕੇ ਜਾਵਾਂਗੇ। ਔਰ ਨਾਲ ਉਹਨਾਂ ਨੂੰ ਅਸੀਂ ਖਾਦ ਦਾ ਵੀ ਪ੍ਰਬੰਧ ਕਰਕੇ ਦੇਵਾਂਗੇ, ਖਾਦ ਵੀ ਫ੍ਰੀ ਪਾ ਕੇ ਦੇਵਾਂਗੇ। ਔਰ ਸਾਡੀ ਸ਼ਰਤ ਦਾ ਵੀ ਇੱਕੋ ਇੱਕ ਆ ਕਿ ਤੁਸੀਂ ਰੁੱਖ ਲਗਾਓ ਤੇ ਉਹ ਰੁੱਖ ਨੂੰ ਕਾਮਯਾਬ ਕਰੋ, ਕਿਉਂਕਿ ਰੁੱਖ ਜੇ ਹਰਾ ਭਰਿਆ ਹੋ ਜਾਊਗਾ ਤੇ ਸਾਡਾ ਵਾਤਾਵਰਨ ਹਰਿਆ ਭਰਿਆ ਹੋ ਜੂ। ਸਾਡੇ ਮਨੁੱਖਾਂ ਦੀ ਜਿਹੜੀ ਅੱਜ ਪੱਤਝੜ ਆਈ ਵੀ ਹੈ ਮਨੁੱਖਾਂ ਜ਼ਿੰਦਗੀ ਦੇ ਵਿੱਚ, ਇਹਨਾਂ ਤੇ ਵੀ ਜਾਣੀ ਕਿ ਖਿਜਾ ਦੀ ਰੁੱਤ ਤੋਂ ਬਾਅਦ ਬਹਾਰ ਆ ਜਾਊਗੀ। ਅਸੀਂ ਤਾਂ ਬੁੱਲਬੁੱਲ ਵਾਂਗੂ ਅਸੀਂ ਤਾਂ ਬਹਾਰ ਨੂੰ ਡੀਕ ਕਰਨ ਵਾਲੇ ਤੇ ਉਹਦੇ ਗੀਤ ਗਾ ਰਹੇ ਹਾਂ। ਔਰ ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਈਏ, ਕੁਦਰਤ ਨੂੰ ਬਚਾਈਏ, ਕੁਦਰਤ ਨੂੰ ਪ੍ਰੇਮ ਕਰਨ ਵਾਲੇ ਬੰਦੇ ਹਾਂ। ਔਰ ਕੁਦਰਤ ਪੱਖੀ ਅਸੀਂ ਹਮੇਸ਼ਾ ਇਹੋ ਜਿਹੀਆਂ ਮੁਹਿੰਮਾਂ ਚਲਾਉਂਦੇ ਰਹੇ ਹਾਂ ਔਰ ਚਲਾਉਂਦੇ ਰਹਾਂਗੇ। ਗੱਲ ਕਰ ਲੈਣੇ ਕਿ ਇਹ ਜਿਹੜੀ ਜਗ੍ਹਾ ਕਿਹੜੀ ਚੁਣੀ ਗਈ ਹੈ, ਪਿੰਡ ਦੇ ਵਿੱਚ ਵੱਖਰੇ ਵੱਖਰੇ ਅੰਨਿਆਂ ਬੰਨਿਆਂ 'ਤੇ ਲਾਉਣੇ ਆ, ਕਿਹੜੇ ਪਾਸੇ ਜਿਹੜੇ ਰੁੱਖ ਨੇ ਉਹ ਲਗਾਏ ਜਾਣੇ ਆ, ਲੋਕ ਘਰਾਂ ਦੇ ਬਾਹਰ ਲਗਾਉਣ, ਜਾਂ ਪਿੰਡ ਦੀਆਂ ਕੁਝ ਜਗ੍ਹਾ ਚੁਣੀਆਂ ਗਈਆਂ ਨੇ ਕਿ ਇੱਥੇ ਰੁੱਖਾਂ ਦੀ ਜਿਹੜੀ ਹੈ ਆਪਾਂ ਉਹਨੂੰ ਪੌਦੇ ਉਗਾਉਣੇ ਹੈਗੇ ਆ? ਅਸਲ ਵਿੱਚ ਜੀ ਜਿਹੜੇ ਅਸੀਂ ਰੁੱਖ ਇਹ ਫਰੂਟ ਵਾਲੇ ਜਿਹੜੇ ਦੇ ਰਹੇ ਹਾਂ ਲੋਕਾਂ ਨੂੰ, ਇਹ ਲੋਕਾਂ ਨੂੰ ਘਰਾਂ ਵਿੱਚ ਲਗਾਉਣ ਨੂੰ ਦੇ ਰਹੇ ਹਾਂ, ਲੋਕਾਂ ਦੇ ਖੇਤਾਂ ਵਿੱਚ ਲਗਾਉਣ ਨੂੰ ਦੇ ਰਹੇ ਹਾਂ। ਔਰ ਜਿਹੜੀਆਂ ਸਾਂਝੀਆਂ ਜਗ੍ਹਾ, ਜਿਵੇਂ ਅਸੀਂ ਆਪਣੇ ਪਿੰਡ ਦੇ ਗੰਦੇ ਛੱਪੜ ਨੂੰ ਝੀਲ ਦਾ ਰੂਪ ਦਿੱਤਾ, ਅਸੀਂ ਉੱਥੇ ਪੌਦੇ ਲਾ ਰਹੇ ਹਾਂ, ਪਾਰਕਾਂ ਦੇ ਵਿੱਚ ਲਾ ਰਹੇ ਹਾਂ, ਜਾਂ ਹੋਰ ਜਿਹੜੇ ਪਿੰਡ ਨੂੰ ਰਸਤੇ ਆਉਂਦੇ ਉਹਨਾਂ ਰਸਤਿਆਂ ਉੱਤੇ ਲਾ ਰਹੇ, ਉਹ ਸਾਰਾ ਕੰਮ ਗ੍ਰਾਮ ਪੰਚਾਇਤ ਨਸੀਂਹ ਕਲਾਂ ਹੀ ਕਰ ਰਹੀ ਆ। ਉਹ ਗ੍ਰਾਮ ਪੰਚਾਇਤ ਦੀ ਅਸੀਂ ਜ਼ਿੰਮੇਵਾਰੀ ਚੱਕੀ ਹੋਈ ਹੈ ਕਿ ਅਸੀਂ ਸਾਰੇ ਰਸਤਿਆਂ ਉੱਤੇ, ਸਾਂਝੀਆਂ ਜਗ੍ਹਾ ਉੱਤੇ ਅਸੀਂ ਲਾਵਾਂਗੇ। ਪਰ ਜਿਹੜੇ ਤੁਸੀਂ ਫਰੂਟ ਵਾਲੇ ਲੈ ਕੇ ਜਾਂਦੇ ਆਪਣੇ ਘਰੇ ਲਾਵੋ ਜਾਂ ਆਪਣੇ ਖੇਤਾਂ ਵਿੱਚ ਲਾਵੋ, ਤਾਂ ਜੋ ਤੁਸੀਂ ਇਹਨਾਂ ਨੂੰ ਪਾਲੋ ਵੀ, ਨਾਲ ਜਿਵੇਂ ਕਿਹਾ ਵੀ ਰੁੱਖ ਲਗਾਓ, ਵਾਤਾਵਰਨ ਬਚਾਓ, ਪੈਸੇ ਕਮਾਓ ਤੇ ਨਾਲ ਮਿੱਠੇ ਫਲ ਵੀ ਖਾਓ। ਅਸੀਂ ਉਹਨਾਂ ਲੋਕਾਂ ਨੂੰ ਮਿੱਠੇ ਫਲ ਖਾਣ ਲਈ ਰੁੱਖ ਦੇ ਰਹੇ ਹਾਂ ਜੀ। ਜਿਹੜੇ ਪੈਸੇ ਦੇਣੇ ਆ ਤੁਸੀਂ, ਕਿਉਂਕਿ ਤੁਸੀਂ ਇੱਕ ਆਜ਼ਾਦ ਹੋ, ਹੈ ਨਾ, ਹਮੇਸ਼ਾ ਕਦੇ ਕਿਸੇ ਸਰਕਾਰ ਦੇ ਅੰਡਰ ਕੰਮ ਨਹੀਂ ਕੀਤਾ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ, ਚਾਹੇ ਅਕਾਲੀਆਂ ਦੀ ਸਰਕਾਰ ਰਹੀ ਹੈ, ਪਰ ਤੁਹਾਡੀ ਦੂਸਰੀ ਟਰਮ ਆ ਚੁੱਕੀ ਹੈ ਇਸ ਵੇਲੇ, ਤੇ ਦੂਜੀ ਟਰਮ ਦੇ ਤੁਸੀਂ ਸਰਪੰਚ ਹੋ। ਤੁਸੀਂ ਹਾਲੇ ਤੱਕ ਜਿਹੜਾ ਕਿਸੇ ਦੇ ਅੰਡਰ ਨਹੀਂ ਹੈਗੇ, ਹੈ ਨਾ, ਤੁਸੀਂ ਆਜ਼ਾਦ ਤੌਰ 'ਤੇ ਹੀ ਕੰਮ ਕਰ ਰਹੇ ਹੋ। ਤਾਂ ਜਿਹੜੇ ਇਹ ਪੈਸੇ ਤੁਸੀਂ ਦੇਣੇ ਆ ਆਪਣੀ ਜੇਬ ਤੋਂ ਜਾਣਗੇ ਜਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਗ੍ਰਾਂਟ ਮਿਲੀ ਹੈਗੀ ਹੈ? ਅਸਲ ਵਿੱਚ ਜੀ ਇਹੋ ਜਿਹੇ ਕੰਮਾਂ ਵਾਸਤੇ ਗ੍ਰਾਂਟ ਨਹੀਂ ਆਉਂਦੀ। ਔਰ ਰਣਸੀਂਹ ਕਲਾਂ ਦਾ ਪਹਿਲਾਂ ਵੀ ਸਰਕਾਰਾਂ ਜਾਣੀ ਕਿ ਸਾਨੂੰ ਬਹੁਤ ਨਾ ਮਾਤਰੀ ਜਾਣੀ ਕਿ ਵਾਕੀ ਹੋਣ ਦੇ ਕਰਕੇ ਸਾਨੂੰ ਜਾਣੀ ਗ੍ਰਾਂਟਾਂ ਮਿਲਦੀਆਂ ਰਹੀਆਂ। ਪਰ ਇਹ ਕੰਮਾਂ ਲਈ ਹਮੇਸ਼ਾ ਮੈਂ ਸਮਝਦਾ ਕਿ ਮੇਰੇ ਪਿੰਡ ਦੇ ਹੁਣ ਤੱਕ ਦੇ ਵਿਕਾਸ ਵਿੱਚ ਵੀ ਸਭ ਤੋਂ ਵੱਡਾ ਯੋਗ ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਦਾ ਰਿਹਾ। ਮੇਰੇ ਪਿੰਡ ਦੇ ਲੋਕ ਹੀ ਮੇਰੀ ਸਰਕਾਰ ਆ, ਮੇਰੇ ਪਿੰਡ ਦੇ ਲੋਕ ਹੀ ਮੇਰੀ ਬੈਂਕ ਆ। ਔਰ ਮੈਨੂੰ ਖੁਸ਼ੀ ਆ ਕਿ ਜਿੱਥੇ ਮੈਂ ਆਪਦੀ ਜੇਬ ਦੇ ਵਿੱਚੋਂ ਵੀ ਇਹ ਖਰਚਾ ਕਰ ਰਿਹਾ, ਔਰ ਉੱਥੇ ਮੇਰੇ ਨਾਲ ਜਿਹੜੇ ਕੁਦਰਤ ਪ੍ਰੇਮੀ ਆ, ਵਾਤਾਵਰਨ ਪ੍ਰੇਮੀ ਆ, ਉਹ ਮੇਰੀ ਹੈਲਪ ਕਰ ਰਹੇ ਆ। ਔਰ ਜਿਨ੍ਹਾਂ ਦੀ ਬਦੌਲਤ ਹੀ ਅਸੀਂ ਇਹ ਨਵੇਕਲਾ ਕੰਮ ਜਿਹੜਾ ਸ਼ੁਰੂ ਕੀਤਾ ਕਿ ਰੁੱਖ ਲਗਾਓ ਤੇ ਪੈਸੇ ਕਮਾਓ, ਅਸੀਂ ਲੋਕਾਂ ਨੂੰ ਚੈੱਕ ਦੇ ਰਹੇ ਹਾਂ ਨਾਲ ਦੀ ਨਾਲ ਕਿ ਰੁੱਖ ਲੈ ਜਾਓ, ਨਾਲ ਹੀ ਚੈੱਕ ਲੈ ਜਾਓ, ਤੁਸੀਂ ਇਹਨੂੰ ਰੁੱਖ ਪਾਲੋ ਤੇ ਆਪਦੇ ਪੈਸੇ ਕੈਸ਼ ਕਰਾ ਕੇ ਰੁੱਖ ਨੂੰ ਜਾਣੀ ਕਿ ਦੇਖਭਾਲ ਕਰੋ। ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੇ ਪਿੰਡ ਦੇ ਦਾਨੀ ਸੱਜਣ ਜਿਨ੍ਹਾਂ ਨਾਲ ਵੀ ਇਹ ਗੱਲ ਕੀਤੀ, ਉਹਨਾਂ ਨੇ ਹਮੇਸ਼ਾ ਦਿਲ ਖੋਲ੍ਹ ਕੇ ਦਾਨ ਕੀਤਾ। ਇਸ ਕੰਮ ਲਈ ਬੜੇ ਖੁਸ਼ ਹੋ ਕੇ ਉਹਨਾਂ ਨੇ ਦਾਨ ਮੈਨੂੰ ਭੇਜ ਰਹੇ ਆ ਕਿ ਤੁਸੀਂ ਵੱਧ ਤੋਂ ਵੱਧ ਰੁੱਖ ਲਗਾਓ ਤੇ ਲੋਕਾਂ ਨੂੰ ਪੈਸੇ ਦਿਓ, ਤੇ ਤਾਂ ਜੋ ਇੱਕ ਨਵੇਕਲੀ ਅਡਾਰੀ ਭਰ ਕੇ ਪੂਰੇ ਭਾਰਤ ਨੂੰ ਦੱਸਿਆ ਜਾ ਸਕੇ ਕਿ ਇਸ ਤਰ੍ਹਾਂ ਵੀ ਯਾਰ ਕੀਤਾ ਜਾ ਸਕਦਾ। ਜੇ ਰਣਸੀਂਹ ਕਲਾਂ ਪਿੰਡ ਇੱਕ ਬਿਨਾਂ ਸਰਕਾਰ ਤੋਂ ਇਸ ਤਰ੍ਹਾਂ ਕੰਮ ਕਰ ਸਕਦਾ, ਯਾਰ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ, ਸਰਕਾਰਾਂ ਵਾਲੇ ਪਿੰਡ ਕਿਉਂ ਨਹੀਂ ਕਰ ਸਕਦੇ? ਇਹ ਮੈਂ ਬਹੁਤ ਵੱਡੀ ਮੈਂ ਸਮਝਦਾ ਕਿ ਇੱਕ ਰਣਸੀਂਹ ਕਲਾਂ ਨੇ ਇੱਕ ਨਵੇਂ ਸਮਾਜ ਦੇ ਵਿੱਚ ਇੱਕ ਜਦੋਂ ਇਹ ਸਮਝਿਆ ਕਿ ਜਦੋਂ ਇੱਕ ਪਾਸੇ ਹਵਾ ਵਗਦੀ ਹੋਵੇ, ਉਸ ਹਨੇਰੀ ਦੇ ਵਿੱਚ ਇੱਕ ਨਵਾਂ ਦਿਸ਼ਾ ਵੱਲ ਉੱਡ ਕੇ ਅਡਾਰੀ ਭਰ ਕੇ ਰਣਸੀਂਹ ਕਲਾਂ ਨੇ ਦੱਸਿਆ ਕਿ ਯਾਰ ਇਸ ਤਰ੍ਹਾਂ ਕੀਤਾ ਜਾ ਸਕਦਾ। ਹੁਣ ਅਸੀਂ ਗੱਲ ਕਰ ਲੈਣੇ ਕੈਪਟਨ ਸਰਕਾਰ ਦੀ। ਕੈਪਟਨ ਸਰਕਾਰ ਦੇ 4.5 ਸਾਲ ਪੂਰੇ ਹੋ ਗਏ ਨੇ, ਹੈ ਨਾ, ਕੁਛ ਮਹੀਨੇ ਬਾਕੀ ਰਹਿ ਗਏ ਨੇ ਅਗਲੀਆਂ ਚੋਣਾਂ ਹੋਣ ਦੇ ਵਿੱਚ।
ਤੇ ਹੁਣ ਸਾਰਿਆਂ ਦੀ ਕਰੀ ਜਾਗ ਜੀ ਖੁੱਲੀ ਆ, ਸਾਰੇ ਮੁੱਦੇ ਛਿੜ ਜਾਂਦੇ ਨੇ ਪੰਜਾਬ ਦੇ ਵਿੱਚ, ਸਾਰੇ ਮੁੱਦਿਆਂ ਤੇ ਚਰਚਾ ਹੋਣੀ ਸ਼ੁਰੂ ਹੁੰਦੀ ਕਿ ਫਲਾਣਾ ਮੁੱਦਾ ਏ, ਢਿੰਗਣਾ ਮੁੱਦਾ ਏ। ਪਰ 4.5 ਸਾਲ ਸਾਰੇ ਮੰਤਰੀ ਬੁਜ਼ਦਿਲ ਬਣ ਕੇ ਉੱਥੇ ਬੈਠੇ ਰਹਿੰਦੇ ਆ, ਪਰ ਅੱਜ ਆਵਾਜ਼ ਚੁੱਕਦੇ ਆ। ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਤੁਹਾਡੇ ਵਰਗੇ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਲੱਗ ਕੇ ਪਿੰਡ ਦੀ ਨੁਹਾਰ ਬਦਲ ਦਿੰਦੇ ਨੇ, ਤੇ ਅੱਜ ਵੀ ਬਾਕੀ ਪਿੰਡ ਅੱਜ ਵੀ ਉਸੇ ਤਰ੍ਹਾਂ ਉੱਥੇ ਨੇ, ਰੁਲਦੇ ਫਿਰਦੇ ਨੇ, ਕੱਚੀਆਂ ਗਲੀਆਂ, ਕੱਚੀਆਂ ਸੜਕਾਂ। ਬਿਲਕੁਲ ਜੀ, ਸਾਡਾ ਦੁਖਾਂਤ ਹੈ ਇਹ। ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 1952 ਦੇ ਵਿੱਚ ਪਹਿਲੀ ਵਾਰ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਹੋਂਦ ਵਿੱਚ ਆਈਆਂ ਸੀ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਸਮਝਦਾ ਕਿ ਮੈਨੂੰ ਦੁੱਖ ਵੀ ਹੁੰਦਾ ਕਿ ਹਜੇ ਪਿੰਡ ਸਾਡੇ ਪੰਜਾਬ ਦੇ ਕਿ ਪੂਰੇ ਦੇਸ਼ ਦੇ ਅਸੀਂ ਗਲੀਆਂ ਨਾਲੀਆਂ ਤੱਕ ਹੀ ਸੀਮਤ ਹੈ। ਹਜੇ ਵੀ ਸਾਡੀਆਂ ਗਲੀਆਂ ਨਾਲੀਆਂ ਦਾ ਵਿਕਾਸ ਜਿਹੜਾ ਪੂਰਾ ਨਹੀਂ ਹੋਇਆ। ਹੁਣ ਵੀ ਜਿਹੜੀਆਂ ਪਿੰਡਾਂ ਨੂੰ ਗ੍ਰਾਂਟਾਂ ਆ ਰਹੀਆਂ ਗਲੀਆਂ ਨਾਲੀਆਂ ਦੇ ਪਰਪਸ ਲਈ ਆ ਰਹੀਆਂ, ਔਰ ਜਿਹੜਾ ਦੇਸ਼ ਜਿਹੜੇ ਸੂਬੇ ਹਜੇ ਤੱਕ ਗਲੀਆਂ ਨਾਲੀਆਂ ਦੇ ਵਿਕਾਸ ਤੋਂ ਉੱਪਰ ਹੀ ਨਹੀਂ ਉੱਠੇ, ਉਹਨਾਂ ਨੇ ਨਵਾਂ ਕੀ ਕਰਨਾ। ਸਾਡੀ ਸੋਚ ਵੀ ਉੱਥੋਂ ਤੱਕ ਹੀ ਉਹਨਾਂ ਨੇ ਸੀਮਤ ਰੱਖ ਲਈ ਕਿ ਇਹਨੂੰ ਗਲੀਆਂ ਨਾਲੀਆਂ ਤੱਕ ਹੀ ਸੀਮਤ ਰੱਖੋ। ਕੋਈ ਵੀ ਸਰਕਾਰ, ਕੋਈ ਵੀ ਮੁੱਖ ਮੰਤਰੀ, ਵਜ਼ੀਰੇ ਆਜ਼ਮ, ਉਹਨੇ ਆਪਣੇ ਗੀਸੇ ਵਿੱਚੋਂ ਪੈਸੇ ਨਹੀਂ ਦੇਣੇ ਗ੍ਰਾਂਟਾਂ। ਜਿਹੜੀ ਗ੍ਰਾਂਟ ਵੀ ਹੁੰਦੀ ਹੈ, ਗ੍ਰਾਂਟ ਸਾਡਾ ਟੈਕਸ ਆ। ਜੇ ਮੈਂ ਆਪਦੀ ਜਿਣਸ ਵੇਚਦਾ, ਫਸਲ ਵੇਚਦਾ, ਮੈਂ ਉਹਨੂੰ ਟੈਕਸ ਘਟਾਇਆ। ਜੇ ਮੈਂ ਕੋਈ ਚੀਜ਼ ਲੈ ਕੇ ਆਉਣਾ, ਸੂਈ ਤੋਂ ਲੈ ਕੇ ਧਾਗੇ ਤੱਕ, ਸੂਈ ਤੋਂ ਲੈ ਕੇ ਜਹਾਜ਼ ਤੱਕ, ਜਿਹੜੀ ਵੀ ਚੀਜ਼ ਅਸੀਂ ਖਰੀਦਦੇ ਹਾਂ, ਸਾਨੂੰ ਬਦਨਾਮ ਕੀਤਾ ਜਾਂਦਾ ਕਿ ਟੈਕਸ ਨਹੀਂ ਭਰਦੇ। ਸਭ ਤੋਂ ਵੱਧ ਅਸੀਂ ਟੈਕਸ ਭਰਦੇ ਹਾਂ। ਕਿਉਂ ਨਹੀਂ ਟੈਕਸ ਭਰ ਰਹੇ? ਅਸੀਂ ਟੈਕਸ ਦਿੰਦੇ ਹਾਂ, ਔਰ ਫਿਰ ਸਾਡੇ ਉਹ ਟੈਕਸ ਦੇ ਵਿੱਚੋਂ ਵੀ ਸਾਨੂੰ ਬਹੁਤ ਥੋੜ੍ਹੀ ਨਾ ਮਾਤਰੀ ਗ੍ਰਾਂਟ ਦਿੱਤੀ ਜਾਂਦੀ ਆ। ਰਣਸੀਂਹ ਕਲਾਂ, ਮੈਂ ਉਹਦਾ ਸਾਰੀ ਜੋੜ ਘਟਾਓ ਕੀਤੀ ਸੀ, ਲਗਭਗ 1.5 ਕਰੋੜ ਤੋਂ ਉੱਪਰ ਹਰ ਸਾਲ ਸਾਡਾ ਪਿੰਡ ਰਣਸੀਂਹ ਕਲਾਂ ਸਰਕਾਰ ਨੂੰ ਟੈਕਸ ਭਰਦਾ। ਖਾਣ ਵਾਲੀਆਂ ਵਸਤਾਂ ਦਾ, ਉਹ ਡੀਜ਼ਲ ਤੇ ਔਰ ਪੈਟਰੋਲ ਤੇ ਕਿੰਨਾ ਵੈਟ ਅਸੀਂ ਅਦਾ ਕਰਦੇ ਹਾਂ। ਔਰ ਜਦੋਂ ਕਿਸਾਨ ਆਪਦੀਆਂ ਮੰਡੀ ਦੇ ਵਿੱਚ ਫਸਲ ਵੇਚ ਕੇ ਆਉਂਦਾ, ਉਹ 'ਤੇ ਵੀ ਟੈਕਸ ਕਟਾ ਕੇ ਆਉਣੇ ਆ। ਅਸੀਂ ਇੰਨਾ ਟੈਕਸ ਕਟਾਉਣੇ ਆ, ਪਰ ਸਾਨੂੰ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਤਾਂ 2017 ਦੇ ਵਿੱਚ ਇੱਕ ਗ੍ਰਾਂਟ ਆਈ ਸੀ ਸਾਨੂੰ 1.5 ਲੱਖ ਰੁਪਏ ਦੀ। ਉਸ ਤੋਂ ਬਾਅਦ ਸਾਨੂੰ ਪੰਜਾਬ ਸਰਕਾਰ ਨੇ RDF ਗ੍ਰਾਂਟ ਹੀ ਨਹੀਂ ਦਿੱਤੀ। ਜੇ ਕੋਈ ਸਾਨੂੰ ਗ੍ਰਾਂਟ ਆ ਵੀ ਰਹੀ ਆ, ਉਹ ਗ੍ਰਾਂਟ ਸਿਰਫ 14ਵਾਂ ਔਰ 15ਵਾਂ ਵਿੱਤ ਕਮਿਸ਼ਨ ਆ, ਜਿਹੜਾ ਕਿ ਪਾਪੂਲੇਸ਼ਨ ਦੇ ਹਿਸਾਬ ਨਾਲ ਪਿੰਡਾਂ ਨੂੰ ਦਿੱਤਾ ਜਾਂਦਾ, ਸੈਂਟਰ ਗੌਰਮੈਂਟ ਵੱਲੋਂ ਦਾ। ਪਰ ਤੁਸੀਂ ਦੇਖਦੇ ਆ ਪਿੱਛੇ ਜੇ ਸੁਰਖੀਆਂ ਦੇ ਵਿੱਚ ਜਾਲੀ ਚੈੱਕ ਬਣਾ ਕੇ ਸਰਕਾਰ ਦੇ ਵਜ਼ੀਰਾਂ ਨੇ, ਇਹਨਾਂ ਦੇ ਵਿਧਾਇਕਾਂ ਨੇ ਵੰਡੇ ਕਿ ਅਸੀਂ ਦੇ ਰਹੇ ਹਾਂ। ਮੈਨੂੰ ਹਾਸਾ ਆਉਂਦਾ ਹੁੰਦਾ ਕਿ ਚਲੋ ਦੂਜੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਸਰਪੰਚ ਹੁੰਦੇ ਆ ਜਿੱਥੇ ਵਿਚਾਰੇ ਵੱਡੀ ਉਮਰ ਦੇ ਆ, ਜਾਂ ਉਹਨਾਂ ਨੂੰ ਸੂਝ-ਬੂਝ ਨਹੀਂ ਹੋ ਸਕਦੀ, ਜਾਂ ਉਹ ਅਨਪੜ੍ਹ ਹੋਣਗੇ, ਉਹਨੂੰ ਨਹੀਂ। ਪਰ ਬਹੁਤ ਵੱਡੀ ਗਿਣਤੀ ਵਿੱਚ ਕੀ ਪੜ੍ਹੇ ਲਿਖੇ ਸਰਪੰਚ ਬਣੇ ਆ। ਪਰ ਮੈਂ ਸਮਝਦਾ ਵੀ ਉਹ ਵੀ ਨਹੀਂ ਬੋਲਦੇ, ਉਹ ਵੀ ਕਹਿਣਗੇ ਹਾਂ ਸਾਨੂੰ ਸਰਕਾਰ ਨੇ ਪੈਸੇ ਦਿੱਤੇ। ਕਿਹੜੀ ਸਰਕਾਰ ਨੇ ਪੈਸੇ ਦਿੱਤੇ ਯਾਰ? ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ ਉਹ ਪੈਸੇ ਆਉਣੇ ਆ। ਜੇ ਕੋਈ ਆਉਂਦਾ ਵੀ ਆ, ਹਰੇਕ ਪਿੰਡ ਦੀ ਮੇਰੀ ਪਾਪੂਲੇਸ਼ਨ ਆ 2700 ਦੀ ਆ, ਇਹਦੇ ਹਿਸਾਬ ਨਾਲ ਬੰਦੇ ਨੂੰ, ਇੱਕ ਬੰਦੇ ਦੇ ਮਗਰ ਕਿਸੇ ਨੂੰ ਕਦੇ 14 ਰੁਪਏ ਪਾ ਦਿੰਦੇ ਆ, ਕਦੇ 100 ਰੁਪਈਆ ਪਾ ਦਿੰਦੇ ਆ। ਉਹ ਸਾਡਾ ਆਉਣਾ ਹੀ ਆਉਣਾ, ਕਿਉਂਕਿ ਜਦੋਂ ਸਾਡਾ ਦੇਸ਼ ਦਾ ਸੰਵਿਧਾਨ ਲਿਖਿਆ ਗਿਆ, ਉਹਦੇ ਵਿੱਚ ਇਹ ਲਿਖਿਆ ਗਿਆ ਕਿ ਪਿੰਡਾਂ ਦੀ ਡਿਵੈਲਪਮੈਂਟ ਵਿੱਚ ਸਰਕਾਰ ਨੂੰ ਪੈਸੇ ਦੇਣੇ ਹੀ ਪੈਣਗੇ। ਉਹ ਸੈਂਟਰ ਗੌਰਮੈਂਟ ਭੇਜਦੀ ਹੈ ਸਿੱਧੇ, ਪਰ ਇਹ ਚੈੱਕ ਬਣਾ ਕੇ ਇੱਥੋਂ ਦੇ ਵਜ਼ੀਰ, ਵੱਡੇ ਵੱਡੇ ਮੁੱਖ ਮੰਤਰੀ ਇਹ ਕਰੀ ਜਾਣਗੇ ਅਸੀਂ ਦੇਤੇ ਪੈਸੇ। ਕੋਈ ਸਰਕਾਰ ਦਾ ਬੁਰਾ ਹਾਲ ਆ ਜੀ, ਕੁਛ ਨਹੀਂ ਕਰ ਰਹੇ, ਸਿਰਫ ਆਪਦੀਆਂ ਕੁਰਸੀਆਂ ਬਚਾਉਣ ਦੀ ਖਾਤਰ, ਆਪਦੀਆਂ ਗੱਡੀਆਂ ਲੈਣ ਦੀ ਖਾਤਰ, ਕੋਠੀਆਂ। ਤੁਸੀਂ ਦੇਖੋ ਕੋਈ MLA ਬਣਦਾ, MLA ਬਣਨ ਤੋਂ ਪਹਿਲਾਂ ਜਿਹੜੀ ਉਹਦੀ ਆਮਦਨ ਸਰਟੀਫਿਕੇਟ ਭਰ ਕੇ ਦਿੰਦਾ, ਉਹ ਕਾਗਜ਼ ਭਰਨ ਵੇਲੇ, ਉਹ ਬਹੁਤ ਥੋੜ੍ਹਾ ਹੁੰਦਾ। ਔਰ ਉਹਦਾ 5 ਸਾਲਾਂ ਬਾਅਦ ਦੇਖੋ ਜਦੋਂ ਅਗਲੀ ਚੋਣ ਲੜਦਾ, ਉਹਦਾ ਕਿੰਨਾ ਹੋ ਜਾਂਦਾ। ਸਰਕਾਰ ਨੂੰ ਪਤਾ ਨਹੀਂ ਲੱਗਦਾ ਇਹਦੇ ਕਿਹੜੇ ਹਲ ਚੱਲਦੇ ਆ, ਇਹਦੇ ਕਿਹੜਾ ਬਿਜ਼ਨਸ ਚੱਲਦਾ। ਸਭ ਮੈਂ ਇਹ ਕਹਿ ਸਕਦਾ ਕਿ ਪੰਜਾਬ ਦੇ ਕੀ ਪੂਰੇ ਦੇਸ਼ ਦੇ ਲੀਡਰ ਡਾਕੂ ਬਣ ਗਏ। ਇਹ ਸਾਨੂੰ ਲੁੱਟਣ ਲੱਗ ਗਏ, ਲੁੱਟਣ ਵਾਲੇ ਲੋਕ ਹੈ, ਸਾਨੂੰ ਲੁੱਟ ਕੇ ਰਾਜ ਕਰ ਰਹੇ ਆ, ਕੁਰਸੀਆਂ ਬਚਾ ਰਹੇ ਆ। 4.5 ਸਾਲ ਲੰਘ ਜਾਂਦੇ ਆ, ਮਗਰੋਂ ਸਰਕਾਰ ਵਾਲੇ ਵਿੱਚ ਹੀ ਰੌਲਾ ਪਾ ਜਾਂਦੇ ਆ। ਆਪਣੇ ਆਪ ਹੀ ਸਾਰਾ ਕੁਝ ਪਲਾਨ ਕੀਤਾ ਹੋਇਆ ਵੀ ਬਗਾਵਤ ਕਰੋ, ਲੋਕਾਂ ਦਾ ਧਿਆਨ ਇਸ ਪਾਸੇ ਲਾਓ। ਸਾਡੇ ਲੋਕ ਵੀ ਬੇਵਕੂਫ ਆ। ਸਾਡੇ ਲੋਕ ਇਸ ਕਰਕੇ ਬੇਵਕੂਫ ਬਣ ਜਾਂਦੇ ਆ ਕਿ ਯਾਰ ਹੁਣ ਫਲਾਣੇ ਨੇ ਜਦੋਂ ਗੁੱਸੇ 'ਚ ਬੋਲਦਾ ਕਿ ਜਦੋਂ ਮੇਰੀ ਸਰਕਾਰ ਆ ਗਈ ਮੈਂ ਫੜ ਕੇ ਉਹਨੂੰ ਜੇਲ੍ਹ ਦੇ ਵਿੱਚ ਤਾੜ ਦੂੰ, ਮੇਰੀ ਸਰਕਾਰ ਆ ਗਈ ਮੈਂ ਪੁੱਠਾ ਟੰਗ ਦੂੰ। ਅਸੀਂ ਇਹਨਾਂ ਗੱਲਾਂ 'ਤੇ ਖੁਸ਼ ਹੁੰਦੇ ਹਾਂ ਕਿ ਹਾਂ ਯਾਰ ਇਹਨੂੰ ਵੋਟਾਂ ਪਾਓ, ਉਹਦੇ ਪੁੱਠਾ ਟੰਗ ਦੂ ਦੂਜੇ ਨੂੰ। ਉਹ ਯਾਰ ਸਾਨੂੰ ਉਹਦੇ ਪੁੱਠੇ ਟੰਗਣ ਨਾਲ ਕੀ ਹੈ? ਸਾਨੂੰ ਤਾਂ ਇਸ ਗੱਲ ਨਾਲ ਸਾਨੂੰ ਬੈਨੀਫਿਟ ਆ ਕਿ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਹੋ ਰਹੀ ਆ। ਸਾਡੇ ਬੱਚੇ ਸਾਡੇ ਪਿੰਡਾਂ ਨੂੰ, ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਆ ਯਾਰ। ਸਾਡੇ ਕਿਸਾਨ ਗਲਾਂ 'ਚ ਫਾਹੇ ਪਾ ਰਹੇ ਆ ਯਾਰ। ਇੱਕ ਕਿਸਾਨ ਨੇ ਤੋਂ ਕਿਸ਼ਤ ਨਹੀਂ ਮੁੜਦੀ ਟਰੈਕਟਰ ਦੀ। ਇੱਕ ਕਿਸਾਨ ਜਿਹਦੀ ਕੋਠੇ ਜਿੱਡੀ ਜਵਾਨਤੀ ਹੋ ਗਈ, ਉਹਨੂੰ ਵਿਆਹੁਣ ਦਾ ਫਿਕਰ ਆ, ਉਹ ਵਿਆਹ ਨਹੀਂ ਸਕਦਾ। ਪਰਾਲੀ ਦੇ ਵਿੱਚ ਵੜ ਕੇ ਕਿਸਾਨ ਆਪਣੇ ਆਪ ਨੂੰ ਅੱਗ ਲਾ ਲੈਂਦਾ ਯਾਰ। ਇਹ ਨਿੱਤ ਸੁਰਖੀਆਂ ਲੱਗਦੀਆਂ ਅਖਬਾਰਾਂ 'ਚ। ਕੋਈ ਕਿਸਾਨ ਖੇਤ ਜਾ ਕੇ ਯਾਰ ਆਪਦੇ ਜਿਹੜਾ ਪੁੱਤਾਂ ਵਾਂਗੂ ਸ਼ਿਵ ਕੁਮਾਰ ਦੇ ਕਹਿਣ ਵਾਂਗੂ ਅੰਬ ਦਾ ਬੂਟੇ ਨਾਲ ਪਾਲਿਆ ਹੁੰਦਾ, ਉਹਨੂੰ
ਖੂਨ ਦੇ ਕੇ ਹੀ ਪਾਲਿਆ ਹੁੰਦਾ ਕਿਸਾਨ ਦਾ, ਉਹਦੇ ਨਾਲ ਰੱਸਾ ਟੰਗ ਕੇ ਗਲ 'ਚ ਪਾ ਲੈਂਦਾ। ਯਾਰ ਸਾਡੀਆਂ ਉਹ ਗੱਲਾਂ ਕਿੱਧਰ ਗਈਆਂ? ਸਿਰਫ ਇਹ ਕੀਤਾ ਜਾਂਦਾ ਕਿ ਫਲਾਣਾ ਆਜੂ, ਹੁਣ ਫਲਾਣੇ ਨੂੰ ਅੰਦਰ ਦੇ ਦੂਗਾ, ਫਲਾਣੇ ਨੂੰ ਦੇ ਦੂ। ਅਸੀਂ ਇਹ ਗੱਲਾਂ ਤੋਂ ਕੀ ਲੈਣਾ? ਸਾਰੇ ਪਖੰਡ ਕੀਤੇ ਜਾ ਰਿਹਾ, ਲੋਕਾਂ ਨੂੰ ਸਿਰਫ ਲਿਜਾਇਆ ਜਾ ਰਿਹਾ, ਧਿਆਨ ਭਟਕਾਇਆ ਜਾ ਰਿਹਾ ਕਿ ਲੋਕ ਅਸਲੀ ਮੁੱਦਿਆਂ 'ਤੇ ਨਾ ਆਉਣ। ਅਸਲੀ ਮੁੱਦੇ ਖਿੰਡ ਜਾਣਗੇ ਜੇ ਲੋਕ ਅਸਲੀ ਮੁੱਦਿਆਂ 'ਤੇ ਆਉਣਗੇ ਕਿ ਕਿਸਾਨ ਕਾਨੂੰਨਾਂ ਦਾ ਕੀ ਬਣਿਆ, ਖੇਤੀਬਾੜੀ ਦੇ ਜਿਹੜੇ ਕਿਸਾਨ ਸੰਬੰਧਿਤ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਬੈਠੇ ਆ, ਉਹਨਾਂ ਦਾ ਕੀ ਬਣਿਆ। ਇਹ ਸਾਰੀਆਂ ਗੱਲਾਂ ਭੜਕਾਉਣ ਦੀ ਖਾਤਰ ਪੰਜਾਬ ਦੇ ਵਿੱਚ ਜਲਸੇ ਹੋ ਰਹੇ ਆ, ਰੈਲੀਆਂ ਹੋ ਰਹੀਆਂ। ਕਿਤੇ ਕੋਈ ਕਹਿੰਦਾ ਗੱਲ ਪੰਜਾਬ ਦੀ ਕਰਨੀ ਹੈ, ਕੋਈ ਕਹਿੰਦਾ ਮੈਂ ਦੇਸ਼ ਦੀ ਕਰਨੀ ਹੈ, ਕੋਈ ਕਹਿੰਦਾ ਫਲਾਣੇ ਦੀ ਕਰਨੀ ਹੈ। ਉਹ ਯਾਰ ਸਾਨੂੰ ਕੀ ਹੈ? ਸਿਰਫ ਆਪਦੀਆਂ ਕੁਰਸੀਆਂ ਬਚਾਉਣ ਲਈ ਕੰਮ ਕਰ ਰਿਹਾ। ਪੰਜਾਬ ਦਾ ਅਤੈਸ਼ੀ ਬਣ ਕੇ, ਪੰਜਾਬ ਦੇ ਪੁੱਤ ਬਣ ਕੇ ਕੋਈ ਬੰਦਾ ਨਹੀਂ ਅੱਜ ਕੰਮ ਕਰ ਰਿਹਾ। ਇਹੋ ਜਿਹੇ ਬੰਦਿਆਂ ਨੂੰ ਲੋੜ ਅੱਜ ਪੰਜਾਬ ਦੇ ਵਿੱਚ ਰਾਜਨੀਤੀ 'ਚ ਲਿਆਉਣ ਦੀ, ਤਾਂ ਜੋ ਭ੍ਰਿਸ਼ਟ ਨੀਤੀ 'ਚੋਂ ਲੋਕਾਂ ਨੂੰ ਬਾਹਰ ਕੱਢ ਕੇ ਇੱਕ ਨਵਾਂ ਪੰਜਾਬ ਸਿਰਜਣ ਦੀ ਲੋੜ ਆ, ਤਾਂ ਜੋ ਸਾਡਾ ਪੰਜਾਬ ਇਨਕਲਾਬੀਆਂ ਦਾ ਪੰਜਾਬ, ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਹੋਣਾ ਦਾ ਜਿਹੜਾ ਪੰਜਾਬ ਆ, ਉਹ ਪੰਜਾਬ ਬਣ ਸਕ ਜੇ। ਉਹਨੂੰ ਸਰਜੀਤ ਕਰਨ ਲਈ ਮੇਰੇ ਵਰਗੇ ਬੰਦੇ ਨੇਕਾਂ ਲੱਗੇ ਹੋਏ ਆ ਪੰਜਾਬ ਨੂੰ ਬਚਾਉਣ ਦੀ ਖਾਤਰ, ਆਪਣੇ ਪਿੰਡਾਂ ਦੀ ਡਿਵੈਲਪਮੈਂਟ ਕਰਨ ਦੀ ਖਾਤਰ। ਅਸੀਂ ਹਮੇਸ਼ਾ ਲੱਗੇ ਰਹਾਂਗੇ ਔਰ ਇਨਕਲਾਬ ਲਿਆ ਕੇ ਹਟਾਂਗੇ ਜੀ। ਗੱਲ ਇੱਕ ਬੜੀ ਤੁਸੀਂ ਖੂਬਸੂਰਤ ਕੀਤੀ ਸੀ ਉਹਦੇ ਵਿੱਚ, ਤੁਸੀਂ ਕਹਿ ਰਹੇ ਸੀ ਕਿ ਰਣਸੀ ਕਲਾ ਨੂੰ ਚਾਹੇ ਤੁਸੀਂ ਇੱਕ ਉਡਾਰੀ ਨਵੀਂ ਭਰੀ ਹੋਈ ਹੈ ਰਣਸੀ ਕਲਾ ਨੇ, ਤੁਸੀਂ ਗੱਲ ਬੋਲੀ ਸੀ ਬੜੀ ਖੂਬਸੂਰਤ ਕਿ ਜਿਹੜੇ ਸਾਡੇ ਲੀਡਰ ਨੇ ਸਾਨੂੰ ਗਲੀਆਂ ਨਾਲੀਆਂ ਦੇ ਵਿੱਚ ਸਾਡੀ ਜਨਤਾ ਨੂੰ ਉਲਝਾ ਕੇ ਰੱਖਿਆ ਹੋਇਆ। ਪਿੰਡਾਂ ਦੇ ਲੋਕ ਬੜੇ ਭੋਲੇ ਹੁੰਦੇ ਨੇ, ਇਹ ਵੀ ਇਹਨਾਂ ਚਲੋ ਠੀਕ ਹੈ, ਸਾਡੀ ਗਲੀਆਂ ਪੱਕੀਆਂ ਹੋ ਗਈਆਂ, ਨਾਲੀਆਂ ਪੱਕੀਆਂ ਹੋ ਗਈਆਂ, ਸਾਡੇ ਘਰ ਦੀਆਂ ਜਿਹੜੀਆਂ ਬੀਹੀਆਂ ਆ ਉਹ ਪੱਕੀਆਂ ਹੋ ਗਈਆਂ, ਬਸ ਠੀਕ ਹੈ, ਅਸੀਂ ਇਹਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਪਰ ਕਦ ਤੱਕ ਇਹ ਭ੍ਰਿਸ਼ਟਾਚਾਰ ਖਤਮ ਹੋਏਗਾ? ਕਦ ਲੋਕ ਸਿਆਣੇ ਹੋਣਗੇ ਕਿ ਅਸੀਂ ਕਿਹੜੀ ਸਰਕਾਰ ਨੂੰ ਚੁਣਨਾ ਹੈ, ਕਿਹੜੇ ਬੰਦੇ? ਕਿਉਂਕਿ ਅੱਜ ਜਿਹੜਾ ਹੁਣ ਵਾਲਾ ਦੌਰ ਚੱਲਦਾ, ਸਾਰੇ ਆਪਣੀ ਕੁਰਸੀ ਨੂੰ ਬਚਾਉਣ 'ਤੇ ਲੱਗੇ ਹੋਏ ਨੇ, ਕਿਸੇ ਤਰੀਕੇ ਨਾਲ ਵੱਡਾ ਅਹੁਦਾ ਮਿਲ ਜੇ ਔਰ ਵੱਡੇ ਜਿਹੜੇ ਭਾਸ਼ਣ ਦਿੱਤੇ ਜਾਂਦੇ ਨੇ ਚੋਣਾਂ ਤੋਂ ਪਹਿਲਾਂ। ਐਵੇਂ ਤਾਂ ਕੈਪਟਨ ਸਾਹਿਬ ਨੇ ਵੀ ਸਹੁੰ ਖਾ ਲਈ ਸੀ ਕਿ ਮੈਂ ਆਹ ਚੀਜ਼ਾਂ ਲੈ ਕੇ ਆਊਂਗਾ। ਅੱਜ ਵੀ ਅਧਿਆਪਕਾਂ 'ਤੇ ਲਾਠੀ ਚਾਰਜ ਹੋ ਰਹੇ ਨੇ, ਅੱਜ ਵੀ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਨੇ, ਘਰ ਘਰ ਨੌਕਰੀ ਦੇਣ ਦੇ ਵਾਅਦੇ ਫਲੋਪ ਹੋ ਚੁੱਕੇ ਨੇ। ਬਿਲਕੁਲ ਜੀ, ਮੈਨੂੰ ਤਾਂ ਬੜਾ ਦੁੱਖ ਆਉਂਦਾ। ਦਿਲ ਚਾਹਤਾ ਹੂੰ ਚੀਰ ਦੂੰ ਪੜਦਾ ਫਰੇਮ ਕਾ, ਫਿਰ ਸੋਚਤਾ ਹੂੰ ਮੁਸ਼ਕਿਲ ਪਹਿਲੇ ਹੀ ਕੰਮ ਨਹੀਂ। ਮੇਰੇ ਵਰਗਾ ਬੰਦਾ, ਜਜ਼ਬਾਤੀ ਬੰਦਾ ਬਹੁਤ ਕੁਝ ਬੋਲ ਸਕਦਾ, ਫਿਰ ਸੋਚਦਾ ਕਿ ਇੱਕ ਮੇਰੇ ਵਰਗੇ ਇਮਾਨਦਾਰ ਔਰ ਜਜ਼ਬਾਤੀ ਬੰਦਾ ਜਦੋਂ ਇਹਨਾਂ ਡਾਕੂਆਂ ਦੇ ਵਿਰੋਧ ਬੋਲਦਾ, ਉਹਦੀਆਂ ਮੁਸ਼ਕਲਾਂ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ। ਪਰ ਜ਼ਮਾਨਾ ਜਾਣਤਾ ਹੈ ਕਿਸਕਾ ਦਾਮਨ ਸਾਫ ਹੈ, ਤੇਰੇ ਕਹਿਣੇ ਸੇ ਕੋਈ ਬਦਨਾਮ ਨਹੀਂ ਹੋਤਾ। ਦੁਨੀਆ ਨੂੰ ਪਤਾ ਹੀ ਹੈ ਕਿਹਦਾ ਦਾਮਨ ਸਾਫ ਆ। ਇਹ ਸਭ ਡਾਕੂ ਲੋਕ ਲੱਗੇ ਹੋਏ ਆ ਪੰਜਾਬ ਨੂੰ ਲੁੱਟਣ ਵਾਲੇ। ਕਦੇ ਕਦੇ ਦਿਲ ਕਰਦਾ ਕਿ ਇਹਦੇ ਸਾਡੇ ਕੋਲੇ ਪਾਵਰ ਹੋਵੇ, ਫਿਰ ਦੱਸਗੇ ਇਹਨਾਂ ਨੂੰ ਕਿਵੇਂ ਪੰਜਾਬ ਚੱਲਦਾ ਹੁੰਦਾ, ਕਿਵੇਂ ਕੁਛ ਕੀਤਾ ਜਾ ਸਕਦਾ। ਉਹ ਸਿਰਫ ਯਾਰ ਉੱਥੋਂ ਮਹਿਲਾਂ ਤੱਕ ਹੀ ਸੀਮਤ ਰਹਿ ਗਏ ਲੋਕ। ਯਾਰ ਉੱਥੇ ਬੈਠ ਕੇ ਰਲ ਕੇ ਆਸ ਵਿੱਚ ਰਲੇ ਹੋਏ ਲੋਕ ਰਲ ਕੇ ਉੱਥੇ ਇੱਕ ਦੂਜੇ ਨੂੰ ਉੱਤੋਂ ਗਾਲਾਂ ਕੱਢਦੇ ਆ, ਅਖਬਾਰਾਂ ਦੇ ਵਿੱਚ, ਟੈਲੀਵਿਜ਼ਨ ਸੁਰਖੀਆਂ ਦੇ ਵਿੱਚ। ਮੈਨੂੰ ਤਾਂ ਦੁੱਖ ਹੁੰਦਾ TV ਵਾਲੇ ਵੀ ਸਾਨੂੰ ਹਰ ਰੋਜ਼ ਉਹਨਾਂ ਬੰਦਿਆਂ ਬਾਰੇ ਦਿਖਾ ਰਹੇ ਆ, ਉਹਨਾਂ ਬੰਦਿਆਂ ਬਾਰੇ ਦਿਖਾ ਰਹੇ ਆ ਜਿਹੜੇ ਬੰਦੇ ਪੰਜਾਬ ਨੂੰ ਲੁੱਟ ਰਹੇ ਆ, ਜਿਹੜੇ ਪੰਜਾਬ ਨੂੰ ਬਚਾ ਰਹੇ ਆ। ਉਹਨਾਂ ਬੰਦਿਆਂ ਦੀ ਗੱਲ ਵੀ ਬਹੁਤ ਨਾ ਮਾਤਰ ਟੈਲੀਵਿਜ਼ਨਾਂ 'ਤੇ ਅਖਬਾਰਾਂ ਦੇ ਵਿੱਚ ਦਿਖਾਈ ਜਾਂਦੀ ਆ, ਕਿਉਂਕਿ ਉਹ ਬੰਦੇ ਅਖਬਾਰਾਂ ਨੂੰ, ਟੈਲੀਵਿਜ਼ਨਾਂ ਨੂੰ ਆਪਣੀ ਬਲੈਕ ਮਨੀ ਦੇ ਕੇ ਖੁਸ਼ ਕਰਦੇ ਆ। ਉਹਨਾਂ ਨੂੰ ਉਹੀ ਸਾਰੀ ਦਿਹਾੜੀ ਜਿਸ ਦੀ ਖਾਈਏ ਬਾਜਰੀ ਉਸ ਦੀ ਭਰ ਕੇ ਹਾਜ਼ਰੀ, ਉਹਨਾਂ ਦੀ ਕੋਈ ਹਾਜ਼ਰੀ ਭਰੀ ਜਾਂਦੇ ਆ। ਇੱਥੇ ਮੇਰੇ ਤੋਂ ਬਗੈਰ ਅਨੇਕਾਂ ਬੰਦਿਆਂ ਦੇ ਮੈਂ ਨਾਂ ਗਿਣਾ ਸਕਦਾ, ਅਨੇਕਾਂ ਸਰਪੰਚਾਂ ਦੇ ਨਾਂ ਗਿਣਾ ਸਕਦਾ, ਅਨੇਕਾਂ ਬਿਨਾਂ ਸਰਪੰਚੀ ਤੋਂ ਸਮਾਜ ਸੇਵੀ ਬੰਦਿਆਂ ਦੇ ਨਾਂ ਮੈਂ ਗਿਣਾ ਸਕਦਾ, ਜਿਹੜੇ ਇਕੱਲੇ ਬੰਦੇ ਆਪਦੇ ਉੱਜੜ ਰਹੇ ਪੰਜਾਬ ਨੂੰ ਬਚਾਉਣ ਦੀ ਖਾਤਰ, ਬਹਾਰ ਲਿਆਉਣ ਦੀ ਖਾਤਰ ਬੁਲਬੁਲ ਵਾਂਗੂ ਗੀਤ ਗਾ ਰਹੇ ਆ। ਉਹਨਾਂ ਬੰਦਿਆਂ ਦੇ ਮੈਂ ਨਾਂ ਗਿਣਾ ਸਕਦਾ, ਪਰ ਇਹ ਕਦੇ ਵੀ ਨਹੀਂ ਦਿਖਾਉਂਦੇ ਕਿ ਜਿਹੜੇ ਬੰਦੇ ਲੋਕਾਂ ਲਈ ਲੜ ਰਹੇ ਆ, ਲੋਕਾਂ ਲਈ ਮਰ ਰਹੇ ਆ। ਇਹ ਸਾਰੇ ਮੈਂ ਸਮਝਦਾ ਕੀ ਕਰਗੇ, ਕਿੱਧਰ ਨੂੰ ਜਾਈਏ, ਕਿਉਂਕਿ ਭ੍ਰਿਸ਼ਟਾਚਾਰੀ ਦਾ ਇੰਨਾ ਭੈੜਾ ਬੋਲਬਾਲਾ। ਹੁਣ 99 ਚੋਰ ਇਕੱਠੇ ਹੋ ਕੇ ਕਹਿਣ ਕਿ ਮਿੰਟੂ ਸਰਪੰਚ ਚੋਰ ਆ, ਮਿੰਟੂ ਸਰਪੰਚ ਭ੍ਰਿਸ਼ਟ ਆ, ਮਿੰਟੂ ਸਰਪੰਚ ਪੈਸੇ ਖਾਂਦਾ। ਸਾਡੇ ਲੋਕ ਮੰਨ ਜਾਣਗੇ ਕਿ ਮਿੰਟੂ ਵੀ ਸਰਪੰਚ ਪੈਸੇ ਖਾਂਦਾ? ਕਿਸੇ ਨੇ ਉਹਨਾਂ ਨੂੰ ਕਿਹੜਾ ਕਿਸੇ ਨੇ ਸਰਟੀਫਿਕੇਟ ਦੇਣਾ? ਬਸ ਕਹਿ ਦੋ, ਇਲਜ਼ਾਮ ਲਾਉਣਾ ਕੀ ਆ, ਕਿਸੇ ਨੇ ਟਿੱਪਣੀ ਕਰਨੀ ਬੜੀ ਸੌਖੀ ਆ ਕਿ ਇਹ ਚੋਰ ਆ, ਡਾਕੂ ਆ, ਸਾਧ ਆ, ਕਹਿਣਾ ਹੀ ਹੈ। ਬਸ ਕਹਿਣ ਦੇ ਸਾਡੇ ਲੋਕ ਮੰਨ ਲੈਂਦੇ ਆ। ਸਾਡੇ ਲੋਕਾਂ ਦਾ ਇਹੀ ਥਕਾਂਤ ਆ ਜਿਹਦੇ ਕਰਕੇ ਮੈਂ ਸਮਝਦਾ ਕਿ ਅਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਅਸੀਂ ਧੱਕੇ ਖਾ ਰਹੇ ਹਾਂ। ਔਰ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਆਜ਼ਾਦੀ ਵੇਲੇ ਵੀ ਸਾਡੇ ਟੁਕੜੇ ਹੋ ਗਏ ਦੇਸ਼ ਦੇ। ਔਰ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਸਾਡੇ ਸੱਚੇ ਲੀਡਰ ਸੀ, ਸਾਡੇ ਪੰਜਾਬੀਆਂ ਦੇ, ਸਿੱਖਾਂ ਦੇ, ਉਹਨਾਂ ਨੇ ਰੌਲਾ ਪਾਇਆ ਸੀ ਉਹ ਨਾ ਪਾੜੋ ਦੇਸ਼ ਨੂੰ। ਕਿਉਂ ਪਾੜਦੇ, ਕਿਉਂ ਪਾਕਿਸਤਾਨ ਬਣਾਉਣੇ ਆ, ਕਿਉਂ ਭਾਰਤ ਬਣਾਉਣੇ ਆ? ਤੁਸੀਂ ਇੱਕੋ ਦੇਸ਼ ਨੂੰ ਰੱਖੋ ਯਾਰ, ਇਹਨੂੰ ਭਾਰਤੀ ਰਹਿਣ ਦਿਓ। ਔਰ ਪਾੜ ਤਾਂ ਇਹਨਾਂ ਨੇ ਸਿਰਫ ਆਪਣੀਆਂ ਕੁਰਸੀਆਂ ਖਾਤਰ। ਪੰਡਤ ਜਵਾਹਰ ਨਹਿਰੂ ਨੇ ਇੱਧਰ ਪ੍ਰਧਾਨ ਮੰਤਰੀ ਬਣਨ ਦੀ ਖਾਤਰ ਉਹਨੇ ਪਾੜਤਾ, ਉੱਧਰ ਮੁਹੰਮਦ ਅਲੀ ਜਿਨਾਹ ਨੇ ਪਾੜਤਾ। ਸਾਡੀ ਸਿੱਖਾਂ ਦੀ ਕਿਸੇ ਨੇ ਸੁਣੀ ਨਹੀਂ।
ਸੁਣੀ ਨਹੀਂ। ਅਸੀਂ ਰੌਲਾ ਪਾਉਂਦੇ ਨੇ, ਸਭ ਤੋਂ ਵੱਧ ਅਸੀਂ ਸਿਰ ਦਿੱਤੇ ਸਿੱਖਾਂ ਨੇ, ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਯਾਦ ਕਰਾਉਣ ਦੀ ਖਾਤਰ। ਪਰ ਅੱਜ ਵੀ ਸਾਡੇ ਨਾਲ ਧੱਕੇਸ਼ਾਹੀ, ਵਿਤਕਰੇ, ਸਾਡੇ ਦੇ ਡੰਡੇ, ਸਾਰਾ ਕੁਝ ਸਾਡੇ ਦੀ ਚੱਲ ਰਿਹਾ। ਅੱਜ ਹਰੇਕ ਤਰ੍ਹਾਂ ਦੀਆਂ ਨਸ਼ਾ ਲਿਆਉਣਾ ਵੀ ਸਾਡੇ ਪੰਜਾਬ ਦੇ ਵਿੱਚ, ਔਰ ਸਾਡੇ ਜਵਾਕਾਂ ਨੂੰ ਵਿਦੇਸ਼ਾਂ ਭੇਜਣ ਦੀਆਂ ਨੀਤੀਆਂ ਵੀ ਲਿਆਉਣਾ, ਇਹ ਸਾਰੀਆਂ ਚਾਲਾਂ ਇਹਨਾਂ ਦੀਆਂ ਜਾਣ ਬੁੱਝ ਕੇ। ਹੁਣ ਸਾਡੇ ਕੋਲੇ ਜਿਹੜੇ ਦਾਣੇ ਸੀ, ਸਾਡੇ ਦਾਣੇ ਖਾਣ ਦੀ ਖਾਤਰ ਵੀ, ਰੋਟੀ ਖਾਣ ਦੀ ਖਾਤਰ ਵੀ ਇਹੋ ਜਿਹੇ ਕਾਨੂੰਨ ਬਣਾਏ ਜਾਂਦੇ ਆ ਕਿ ਯਾਰ ਪੰਜਾਬ ਨੂੰ ਚਾਰੇ ਪਾਸਿਓਂ ਬਰਬਾਦ ਕਰ ਦਿਓ। ਔਰ ਸਾਡੇ ਪੰਜਾਬ ਦੇ ਵਿੱਚ ਝੋਨਾ ਲਿਆਇਆ ਜਾਂਦਾ, ਜਦੋਂ ਦੇਸ਼ ਭੁੱਖਾ ਮਰਦਾ ਸੀ, ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਯਾਰ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੀ ਖਾਤਰ ਹੁਣ ਪੰਜਾਬ ਦੇ ਕਿਸਾਨ ਹਰੀ ਕ੍ਰਾਂਤੀ ਲੈ ਕੇ ਆਉਣ, ਜੈ ਜਵਾਨ ਜੈ ਕਿਸਾਨ ਦਾ ਨਾਅਰਾ ਮਾਰਦੇ ਆ। ਸਾਡੇ ਕਿਸਾਨਾਂ ਨੇ ਹਲ ਚਲਾ ਕੇ ਕਿਸਾਨਾਂ ਨੇ ਆਪਣੇ ਸੁੱਖ ਦੁੱਖਾਂ ਨੂੰ ਕਿੱਲੇ ਤੇ ਟੰਗਦਾ, ਪਰ ਭੁੱਖੇ ਦੇਸ਼ ਦਾ ਢਿੱਡ ਭਰਿਆ। ਅੱਜ ਉਹ ਕਿਸਾਨ ਅੱਜ ਭੁੱਖੇ ਮਰ ਰਿਹਾ, ਸਾਡਾ ਪਾਣੀ ਵੀ ਗਿਆ। ਜਿਹੜੇ ਸੂਬੇ ਦਾ ਨਾਂ ਪੰਜਾਬਾਂ ਤੇ ਹੋਵੇ, ਅੱਜ ਉਹ ਸੂਬੇ ਦੇ 140 ਬਲੋਕਾਂ ਦੇ ਵਿੱਚੋਂ 110 ਬਲੋਕ ਬਲੈਕ ਜ਼ੋਨ 'ਚ, ਔਰ ਨਿਹਾਲ ਸਿੰਘ ਵਾਲਾ ਬਲੋਕ ਜਿਸ ਬਲੋਕ ਦੇ ਵਿੱਚ ਮੇਰਾ ਪਿੰਡ ਰਣਸੀਂਹ ਕਲਾਂ, ਇਹ ਪਹਿਲੇ ਨੰਬਰ 'ਤੇ ਆ ਬਲੈਕ ਜ਼ੋਨ ਦੇ ਵਿੱਚ। ਅੱਜ ਉਹ ਪੰਜਾਂ ਦਰਿਆਵਾਂ ਦਾ ਪੰਜਾਬ ਵੀ ਸੁੱਕ ਰਿਹਾ, ਕਿਉਂਕਿ ਸਾਡੀਆਂ ਸਰਕਾਰ ਦੀਆਂ ਨੀਤੀਆਂ ਸੀ। 1966 ਦੇ ਵਿੱਚ 3 ਲੱਖ ਹੈਕਟੇਅਰ ਹੀ ਝੋਨਾ ਲੱਗਦਾ ਸੀ। ਅੱਜ ਪੰਜਾਬ ਦੇ ਵਿੱਚ 30 ਲੱਖ ਹੈਕਟੇਅਰ ਝੋਨਾ ਅੱਜ ਪੰਜਾਬ ਦੇ ਵਿੱਚ ਲਵਾਇਆ ਜਾ ਰਿਹਾ। ਔਰ ਪੰਜਾਬ ਦੇ ਲੋਕ ਝੋਨਾ ਕਿੰਨਾ ਖਾਂਦੇ ਆ? ਚਾਵਲ 1% ਖਾਂਦੇ ਆ ਝੋਨਾ। ਪਰ ਸਾਡਾ ਪਾਣੀ ਬਰਬਾਦ, 1 ਕਿਲੋ ਪੈਦਾ ਕਰਨ ਦੀ ਖਾਤਰ 5000 ਲੀਟਰ ਪਾਣੀ ਵੇਸਟ ਹੁੰਦਾ। ਉਹ ਸਾਨੂੰ ਤਾਂ ਪਾਣੀ ਵੇਚੇ ਦਾ ਵੀ ਮੁੱਲ ਨਹੀਂ ਮਿਲ ਰਿਹਾ। ਕੀ ਕਰਗੇ ਅਸੀਂ, ਕਿੱਧਰ ਨੂੰ ਜਾਈਏ? ਸਾਡੀ ਕੋਈ ਸੁਣਦਾ ਹੀ ਨਹੀਂ, ਨਾ ਪੰਜਾਬ ਸਰਕਾਰ ਸੁਣਦੀ ਆ, ਨਾ ਸਾਡੀ ਦਿੱਲੀ ਸਰਕਾਰ ਸੁਣਦੀ ਆ। ਅਸੀਂ ਤਾਂ ਡੰਡੇ ਖਾਣ ਵਾਲੇ ਆ, ਡੰਡੇ ਖਾਈ ਜਾਂਦੇ ਆ। ਹੁਣ ਇਹ ਸੋਚ ਲਿਆ ਕਿ ਡੰਡੇ ਖਾਣ ਨੂੰ ਯਾਰ ਸਿਰ ਦਿੱਤੇ ਚੰਗੇ ਆ, ਸ਼ਹੀਦ ਹੋਣਾ ਚੰਗਾ, ਮਰਿਆ ਚੰਗਾ। ਯਾਰ ਜਹਿਲਤ ਦੀ ਜ਼ਿੰਦਗੀ ਨਾਲੋਂ ਅਸੀਂ ਜਿਉਵਾਂਗੇ ਯਾਰ, ਪਾਣੀ ਦੇ ਹੈਕ ਉੱਤੇ ਜਿਉਵਾਂਗੇ। ਜਿਵੇਂ ਮੀਰ ਅਹਿਮਦ ਮੀਰ ਕਹਿੰਦਾ ਕਿ ਮੈਂ ਹਾਰ ਦੇ ਮੂੰਹ 'ਤੇ ਵੀ ਅਸਾਰ ਜਿੱਤ ਦੇ ਵਹਿਣਾ ਹੈ, ਮੈਂ ਹਾਰ ਦੇ ਮੂੰਹ 'ਤੇ ਵੀ ਮੈਂ ਸਾਰ ਜਿੱਤ ਦੇ ਵਹਿਣਾ ਹੈ। ਸਿਕੰਦਰ ਵੇਖਦਾ ਸੀ ਸ਼ੀਸ਼ਾ, ਮੈਂ ਤਲਵਾਰ ਵਹਿਣਾ ਹੈ। ਬਲੇ ਪਾ ਕੇ ਮੇਰੇ ਸਾਧਿਓਂ ਨਿਕਲ ਤੂਫਾਨ ਜਾਂਦੇ ਆ, ਮੇਰੇ ਸਾਹਮਣੇ ਆ ਪਹਾੜ ਵੀ ਬਣ ਮੈਦਾਨ ਜਾਂਦੇ ਆ। ਕਹਿੰਦਾ ਫਕੀਰ ਹੋ ਕੇ ਮੈਂ ਬੈਠਦਾ ਸੁਲਤਾਨਾਂ ਦੇ ਤਖਤਾਂ 'ਤੇ। ਜੇ ਬਦਲਣੀ ਪਏ ਤਕਦੀਰ, ਬਦਲ ਤਕਦੀਰ ਜਾਨਾ ਮੈਂ। ਜੇ ਬਣਨਾ ਪਏ ਸ਼ਮਸ਼ੀਰ, ਬਣ ਸ਼ਮਸ਼ੀਰ ਜਾਨਾ ਮੈਂ। ਕਹਿੰਦਾ ਪਲਦੀ ਜ਼ਿੰਦਗੀ ਹੈ ਬੁਲਬੁਲੇ ਦੀ, ਕਹਿੰਦਾ ਪਾਣੀ ਦੇ ਬੁਲਬੁਲੇ ਦੀ ਇੱਕੋ ਪਲ ਜ਼ਿੰਦਗੀ ਆ। ਪਰ ਜਿਉਂਦਾ ਉਹ ਦਰਿਆ ਦੀ ਹਿੱਕ ਉੱਤੇ ਆ, ਚੋਟੀ ਉੱਤੇ ਆ। ਅੱਜ ਪੰਜਾਬੀਆਂ ਨੇ ਐਂ ਫੈਸਲਾ ਕਰ ਲਿਆ ਕਿ ਜਿਵੇਂ ਦੇਸ਼ ਦੇ ਗਲ ਦੇ ਵਿੱਚੋਂ ਗੁਲਾਮੀ ਦੀਆਂ ਜੰਜੀਰਾਂ ਲਾਉਣ ਦੀ ਖਾਤਰ ਇਹਨਾਂ ਨੇ ਆਖਿਆ ਸੀ ਹੁਣ ਸਿਰ ਭਾਰਨੇ ਪੈਣੇ ਆ, ਹੁਣ ਸ਼ਮਾ ਉੱਤੇ ਪਤੰਗਿਆਂ ਵਾਂਗੂ ਮੱਚਣਾ ਪੈਣਾ। ਹੁਣ ਵੀ ਸੋਚ ਲਿਆ ਕਿ ਅਸੀਂ ਸਰਕਾਰਾਂ ਦੀ ਜ਼ੁਲਮ ਦੀ ਸ਼ਮਾ ਉੱਤੇ ਮੱਚਣ ਨੂੰ ਤਿਆਰ ਹਾਂ, ਪਰ ਇਹਨਾਂ ਦੀ ਈਣ ਮੰਨਣ ਨੂੰ ਤਿਆਰ ਨਹੀਂ। ਹੁਣ ਅਸੀਂ ਸਿਰ ਦੇਣ ਨੂੰ ਦਿੱਲੀ ਬੈਠੇ ਹਾਂ, ਜੇ ਸਾਨੂੰ ਪੰਜਾਬ ਵੀ ਬਹਿਣਾ ਪੈਂਦਾ ਪੰਜਾਬ ਵੀ ਬਹਿੰਦੇ ਹਾਂ। ਇੱਕ ਇਨਕਲਾਬ ਲਿਆਉਣ ਦੀ ਆਸ ਵਿੱਚ ਅੱਜ ਪੰਜਾਬੀ ਲੱਗੇ ਹੋਏ ਆ, ਔਰ ਮੈਨੂੰ ਆਸ ਆ ਕਿ ਇੱਕ ਨਵਾਂ ਪੰਜਾਬ ਅੱਜ ਸਿਰਜਣ ਦੀ, ਨਵਾਂ ਪੰਜਾਬ ਬਣਾਉਣ ਦੀ ਅੱਜ ਲੋੜ ਆ। ਬਿਲਕੁਲ, ਤੁਸੀਂ ਜਿਸ ਤਰੀਕੇ ਨਾਲ ਪੂਰੇ ਦੇਸ਼ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ, ਪੂਰੇ ਪੰਜਾਬ 'ਚ ਮਿਸਾਲ ਕਾਇਮ ਕੀਤੀ ਹੈ ਕਿ ਇੱਕ ਜੇ ਨੌਜਵਾਨ ਪਿੰਡ ਵਿੱਚੋਂ ਉੱਠ ਕੇ ਇੰਨਾ ਸੋਹਣਾ ਕਾਰਜ ਕਰਵਾ ਸਕਦਾ, ਪਿੰਡ ਦੀ ਤਸਵੀਰ ਦਿਖਾਈਏ ਤਾਂ ਇੰਨਾ ਖੂਬਸੂਰਤ ਪਿੰਡ ਆ। ਹਰ ਜਿਹੜੀ ਇੱਥੋਂ ਦੀ ਜਿਹੜੀ ਸੜਕ ਪੱਕੀ ਆ, ਗਲੀ ਪੱਕੀ ਹੈ, ਉਸ ਤੋਂ ਬਾਅਦ ਪਿੰਡ ਵਿੱਚ ਇੰਨੀਆਂ ਖੂਬਸੂਰਤ ਪਾਰਕ ਬਣੀਆਂ ਹੋਈਆਂ ਨੇ। ਫਿਰ ਦੂਸਰੇ ਨੰਬਰ 'ਤੇ ਜਿਹੜੇ ਪਿੰਡ ਦੇ ਛੱਪੜ ਨੇ, ਅਸੀਂ ਕਹਿੰਦੇ ਆਮ ਤੌਰ 'ਤੇ ਪਿੰਡਾਂ 'ਚ ਐਂਟਰੀ ਕਰਦੇ ਹਾਂ ਤਾਂ ਸਾਨੂੰ ਛੱਪੜ ਮੂਹਰੇ ਦਿਖਦੇ, ਰੂੜੀਆਂ ਦਿਖਦੀਆਂ ਨੇ। ਇਸ ਪਿੰਡ 'ਚ ਆਓ, ਕਦੇ ਤੁਹਾਨੂੰ ਕੋਈ ਰੂੜੀ ਮੱਥੇ ਤੇ ਨਹੀਂ ਲੱਗੇਗੀ ਤੇ ਨਾ ਤੁਹਾਨੂੰ ਛੱਪੜ ਦਿਖਣਗੇ। ਛੱਪੜ ਜਿਹੜੇ ਮਿੰਟੂ ਨੇ ਇੰਨੀਆਂ ਖੂਬਸੂਰਤ ਝੀਲਾਂ 'ਚ ਤਬਦੀਲ ਕਰਤੇ ਨੇ, ਬਤਕਾਂ ਉੱਥੇ ਤੈਰਦੀਆਂ ਨੇ। ਦੂਸਰੇ ਨੰਬਰ ਤੇ ਉੱਥੇ ਇੱਕ ਲਾਇਬ੍ਰੇਰੀ ਬੜੀ ਖੂਬਸੂਰਤ ਬਣਾਈ ਗਈ ਹੈ। ਇੰਨਾ ਸੋਹਣਾ ਤੁਸੀਂ ਕਾਰਜ ਕਰ ਰਹੇ ਹੋ। ਦੂਸਰੇ ਪਾਸੇ ਕਿਸਾਨ 9 ਮਹੀਨਿਆਂ ਤੋਂ ਦਿੱਲੀ ਬੈਠੇ ਹੋਏ ਨੇ। ਕੀ ਸਰਕਾਰ ਦੀ ਐਸੀ ਜ਼ਮੀਰ ਮਰ ਗਈ ਹੈ ਕਿ ਕੁਝ ਗੱਲ ਹੀ ਨਹੀਂ ਕਰ ਰਹੀ? ਲਾਸਟ 11 ਗੇੜ ਦੀ ਗੱਲਬਾਤ ਹੋ ਰਹੀ ਹੈ, ਉਸ ਤੋਂ ਬਾਅਦ ਕੋਈ ਦੂਸਰੇ ਪਾਸੇ ਗੱਲਬਾਤ ਹੀ ਨਹੀਂ ਹੁੰਦੀ। ਉਹਨਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ 'ਤੇ ਨਿੱਤ ਦਿਨ ਲਾਠੀ ਚਾਰਜ, ਇੱਕ SDM DM ਜਿਹੜਾ ਬਿਆਨ ਦਿੰਦਾ ਹੈ ਕਿ ਸਿਰ ਪਾੜ ਦਿਓ, ਕਿ ਅੱਗੇ ਨਹੀਂ ਲੰਘਣੇ ਚਾਹੀਦੇ। ਹੱਕ ਸਾਡਾ ਲੋਕਤੰਤਰੀ ਹੱਕ ਹੈ, ਅਸੀਂ ਆਪਣੇ ਹੱਕਾਂ ਲਈ ਲੜ ਸਕਦੇ ਹਾਂ, ਆਪਣੀ ਆਵਾਜ਼ ਜਿਹੜੀ ਬੁਲੰਦ ਕਰ ਸਕਦੇ ਹਾਂ। ਪਰ ਅੱਜ ਦੇ ਸਮੇਂ 'ਤੇ ਮੋਦੀ ਸਰਕਾਰ ਜਿਹੜੀ ਬਿਲਕੁਲ ਚੁੱਪ ਬੈਠੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਈ ਬਿਆਨ ਹੀ ਨਹੀਂ ਆਉਂਦਾ ਹੈ। ਸਾਰੇ ਇਕੱਠੇ ਹੋ ਕੇ ਹੋਰ ਜਿਹੜੇ ਭਾਸ਼ਣ ਦੇਣ ਲਈ ਚਲੇ ਜਾਂਦੇ ਨੇ, ਕੋਈ ਈਵੈਂਟ ਆਉਂਦਾ ਉੱਥੇ ਭਾਸ਼ਣ ਦਿੱਤੇ ਜਾਂਦੇ ਨੇ, ਪਰ ਅੱਜ ਤੱਕ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਿਆ ਤੱਕ ਨਹੀਂ ਹੈ। ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਸੁਰਜੀਤ ਪਾਤਰ ਦੀਆਂ ਲੈਣਾ, ਉਹ ਕਹਿੰਦਾ ਸੀਟੀ ਮਾਰੀ ਚੌਂਕੀਦਾਰ ਨੇ ਚੋਰ ਨੂੰ ਪੁੱਛ ਕੇ, ਸੀਟੀ ਮਾਰੀ ਚੌਂਕੀਦਾਰ ਨੇ ਚੋਰ ਨੂੰ ਪੁੱਛ ਕੇ। ਕਹਿੰਦਾ ਦੋਨਾਂ ਨੂੰ ਰੱਖਿਆ ਸੀ, ਕਹਿੰਦਾ ਵੱਡੀ ਸਰਕਾਰ ਨੇ। ਔਰ ਜਦੋਂ ਚੌਂਕੀਦਾਰ ਨੂੰ ਵੀ ਸਰਕਾਰ ਰੱਖੇ ਤੇ ਚੋਰ ਨੂੰ ਵੀ ਸਰਕਾਰ ਰੱਖੇ, ਫਿਰ ਕੀ ਹੋ ਸਕਦਾ? ਜਦੋਂ ਦੋਨੇ ਰਲੇ ਹੋਣ
ਅੱਜ ਉਹੀ ਹਾਲਾਤ ਆ। ਅੱਜ ਪੰਜਾਬ ਵਾਲੀ ਸਰਕਾਰ ਵੀ, ਦਿੱਲੀ ਸਰਕਾਰ ਵੀ ਬੇਈਮਾਨ ਆ। ਉਹ ਚਾਹੁੰਦੇ ਆ ਕਿ ਯਾਰ ਇਹਨਾਂ ਦਾ ਕੁਝ ਨਹੀਂ ਬਣੇ। ਔਰ ਮੈਂ ਇਹ ਵੀ ਕਹਾਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਵੀ ਆ ਉਹ ਵੀ ਚਾਹੁੰਦੀਆਂ ਕਿ ਜਿਹੜੇ ਕਿਸਾਨ ਉੱਥੋਂ ਜਿੱਤ ਕੇ ਨਾ ਆਉਣ। ਜੇ ਜਿੱਤ ਕੇ ਸਾਨੂੰ ਖਰਾਬ ਕਰਨਗੇ, ਔਰ ਜਦੋਂ ਐਡੀ ਵੱਡੀ ਗਿਣਤੀ ਦੇ ਵਿੱਚ ਸਾਡੇ ਹੀ ਲੋਕ ਰਲੇ ਹੋਣ, ਫਿਰ ਕੀ ਬਣਨਾ। ਇਕੱਲੇ ਭਾਸ਼ਣ ਹੀ ਦਿੱਤੇ ਜਾ ਸਕਦੇ ਆ, ਭਾਸ਼ਣ ਅਸੀਂ ਸੁਣੀ ਜਾਂਦੇ ਆ, ਭਾਸ਼ਣ ਸੁਣਦੇ ਸਾਡੇ ਲੋਕ ਬਹੁਤ ਸਾਰੇ ਆਦੀ ਹੋ ਚੁੱਕੇ ਆ। ਔਰ ਮੈਂ ਸਮਝਦਾ ਕਿ ਇਹਨਾਂ ਭਾਸ਼ਣਾਂ ਨੇ ਕੁਛ ਨਹੀਂ ਦੇਣਾ। ਔਰ ਜਿਵੇਂ ਅਸੀਂ ਲੜਾਈ ਲੜ ਰਹੇ ਹਾਂ ਦਿੱਲੀ ਬੈਠ ਕੇ, ਸਾਨੂੰ ਹੁਣ ਲੜਾਈਆਂ ਲੜਨੀਆਂ ਪੈਣੀਆਂ ਪੰਜਾਬ ਨੂੰ ਬਚਾਉਣ ਦੀ ਖਾਤਰ, ਆਪਦੀ ਖੇਤੀ ਨੂੰ ਬਚਾਉਣ ਦੀ ਖਾਤਰ, ਆਪਦੇ ਦਾਣਿਆਂ ਨੂੰ ਬਚਾਉਣ ਦੀ ਖਾਤਰ, ਆਪਦੇ ਨਿਆਣਿਆਂ ਨੂੰ ਬਚਾਉਣ ਦੀ ਖਾਤਰ। ਅੱਜ ਸਾਨੂੰ ਪੰਜਾਬ ਦੀ ਖਾਤਰ ਲੜਾਈ ਲੜਨੀ ਪਊਗੀ। ਅਸੀਂ ਲੜੀ ਜਾਵੇਂ ਆ, ਅਸੀਂ ਥੱਕਣ ਵਾਲੇ ਥੋੜ੍ਹਾ ਲੜਾਂਗੇ। 9 ਮਹੀਨੇ ਕਿ ਸਾਨੂੰ ਕਈ 9 ਮਹੀਨੇ ਲੜਨਾ ਪਵੇ, ਅਸੀਂ ਲੜਨ ਨੂੰ ਤਿਆਰ ਆ। ਮਨ ਬਣਾ ਲਿਆ ਇਹਨਾਂ ਲੀਡਰਾਂ ਦੀਆਂ ਹੁਣ ਚਾਲਾਂ ਦੇ ਵਿੱਚ ਪੰਜਾਬ ਦੇ ਲੋਕ ਆਉਣ ਨੂੰ ਤਿਆਰ ਨਹੀਂ। ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਕੋਈ ਹੁਣ ਵੜਨ ਦਿੰਦਾ। ਇੰਨਾ ਵੱਡੀ ਪੱਧਰ 'ਤੇ ਇਹਨਾਂ ਦਾ ਵਿਰੋਧ ਹੋ ਰਿਹਾ, ਇਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕੀ ਕਰਗੇ। ਔਰ ਇਹ ਕਿ ਪੰਜਾਬ ਦੇ ਲੋਕ ਜਾਗਰਤ ਹੋ ਗਏ, ਔਰ ਜਿਹੜੇ ਹਜੇ ਨਹੀਂ ਹੋਏ ਉਹ ਵੀ ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਦੇਖੋ ਜਾਗਰਤ ਹੋਊ। ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਚੱਲੂਗੀ। ਔਰ ਤੁਸੀਂ ਕਹਿੰਦੇ ਇਹਨਾਂ ਦਾ ਵੋਟਾਂ ਵੇਲੇ 2022 ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਆ। ਤੁਸੀਂ ਦੇਖੋਗੇ ਐਤਕੀ ਇਹਨਾਂ ਰਵਾਇਤੀ ਪਾਰਟੀਆਂ ਦਾ, ਜਿਹੜੇ ਪੰਜਾਬ ਨੂੰ ਲੁੱਟਣ ਵਾਲੇ ਸੀ, ਉਹਨਾਂ ਦਾ ਬਣਦਾ ਕੀ ਹੈ। ਇਹਨਾਂ ਦਾ ਬਣਦਾ ਦੇਖੋ ਕੀ ਹੈ। ਤੁਸੀਂ ਇਹਨਾਂ ਕੋਲੇ ਇਕੱਲੇ ਭਾਸ਼ਣ ਹੀ ਰਹਿ ਜਾਣੇ, ਬੋਲੀ ਜਾਣੇ ਘਰੇ। ਮਿੰਟੂ ਜੀ, ਤੁਸੀਂ ਹਾਲੇ ਤੱਕ ਤਾਂ ਆਜ਼ਾਦ ਹੋ, ਹਮੇਸ਼ਾ ਆਜ਼ਾਦੀ ਤੌਰ ਤੇ ਕੰਮ ਕੀਤਾ ਹੈ ਕਿ ਕਦੇ ਕਿਸੇ ਪਾਰਟੀ ਨੇ ਤੁਹਾਨੂੰ ਸੰਪਰਕ ਕੀਤਾ ਕਿ ਅਸੀਂ ਮਿੰਟੂ ਨੂੰ ਆਪਣੇ ਨਾਲ ਜਿਹੜਾ ਸ਼ਾਮਲ ਕਰ ਲੈਂਦੇ ਹਾਂ, ਪਿੰਡ ਦਾ ਵਿਕਾਸ ਬਹੁਤ ਖੂਬਸੂਰਤ ਕਰਵਾਇਆ, ਨੌਜਵਾਨ ਬੁਲਾਰਾ ਬੜਾ ਤਗੜਾ ਹੈ ਸਾਡੀ ਪਾਰਟੀ 'ਚ ਆਇਆ, ਤੇ ਕੈਸਾ ਬੁਲਾਰਾ ਹੈ ਕਿ ਸਾਰਿਆਂ ਨੂੰ ਆਪਣੇ ਵੱਲ ਖਿੱਚ ਵੀ ਸਕਦਾ। ਕਿਉਂਕਿ ਤੁਹਾਡੀਆਂ ਗੱਲਾਂ ਇਸ ਵੇਲੇ ਸਾਨੂੰ ਵੀ ਬੜੀਆਂ ਕੀਲ ਰਹੀਆਂ ਨੇ, ਕਿਉਂਕਿ ਤੁਸੀਂ ਇੱਕ ਐਸੀ ਸੱਚਾਈ ਨੂੰ ਬੋਲ ਰਹੇ ਹੋ ਕਿ ਜੋ ਕੁਝ ਲੋਕ ਸੁਣਨਾ ਪਸੰਦ ਵੀ ਨਹੀਂ ਕਰ ਰਹੇ ਹੋਣਗੇ, ਤੇ ਕੁਝ ਲੋਕ ਤੁਹਾਡੀਆਂ ਗੱਲਾਂ ਨੂੰ ਵਾਵਾ ਵੀ ਕਰ ਰਹੇ ਹੋਣਗੇ। ਤੇ ਕਦੇ ਕਿਸੇ ਪਾਰਟੀ ਨੇ ਸੰਪਰਕ ਕੀਤਾ ਕਿ ਮਿੰਟੂ ਨੂੰ ਅਸੀਂ ਆਪਣੇ ਨਾਲ ਸ਼ਾਮਲ ਕਰ ਲੈਂਦੇ ਹਾਂ? ਅਸਲ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਨੂੰ ਸਿੰਘ ਬਣਾਇਆ, ਔਰ ਸਿੰਘ ਨਾ ਸ਼ੇਰ ਦਾ। ਔਰ ਜਿਹੜੇ ਸ਼ੇਰ ਹੁੰਦੇ ਆ ਉਹ ਕਦੇ ਗੁਲਾਮ ਨਹੀਂ ਹੁੰਦੇ। ਅਸੀਂ ਚਿੜੀਆ ਘਰ ਦੇ ਸਰਕਸ ਵਾਲੇ ਸ਼ੇਰ ਨਹੀਂ ਕਿ ਜੇ ਸਰਕਸ ਵਾਲਾ ਆਖੂਗਾ ਤਾਂ ਲਾਠੀ ਮਾਰੀ, ਉਧਰ ਛਾਲ ਮਾਰੀ ਤੇ ਉਧਰ ਮਾਰੀ। ਅਸੀਂ ਜੰਗਲ ਦੇ ਖੁੱਲ੍ਹੇ ਸ਼ੇਰ ਆ, ਗੁਰੂ ਗੋਬਿੰਦ ਸਿੰਘ ਦੇ ਪੁੱਤ ਅਸੀਂ ਉਵੇਂ ਜਿਉਣ ਵਾਲੇ ਬੰਦੇ ਆ। ਅਸੀਂ ਇਹਨਾਂ ਪਾਰਟੀਆਂ, ਰਵਾਇਤੀ ਪਾਰਟੀਆਂ ਵਿੱਚ ਆ ਕੇ ਅਸੀਂ ਕੰਮ ਕਰਨ ਵਾਲੇ ਬੰਦੇ ਨਹੀਂ। ਸਾਡਾ ਖੂਨ ਅਕਾਲੀ ਆ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ, ਸਾਨੂੰ ਅਕਾਲ ਪੁਰਖ ਨੇ ਭੇਜਿਆ। ਅਸੀਂ ਅਕਾਲੀ ਬਣ ਕੇ ਆਪਣਾ ਅਕਾਲ ਪੁਰਖ ਨਾਲ ਜੁੜ ਕੇ ਜੀਵਨ ਬਸਰ ਕਰਨ ਵਾਲੇ ਬੰਦੇ ਆ। ਹਮੇਸ਼ਾ ਸਾਡਾ ਜਨਮ ਬਗਾਵਤ ਦੀ ਕੁੱਖ ਵਿੱਚੋਂ ਹੋਇਆ, ਬਾਗੀਆਂ ਦਾ। ਅਸੀਂ ਬਾਗੀ ਬਣ ਕੇ ਜੀਵਨ ਬਸਰ ਕਰਨ ਵਾਲੇ ਬੰਦੇ ਆ, ਅਤੇ ਮੈਨੂੰ ਕਦੇ ਵੀ ਇਹ ਲਾਲਸਾ ਨਹੀਂ ਹੋਈ ਕਿ ਯਾਰ ਸਾਨੂੰ ਇਸ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ। ਬਥੇਰੀਆਂ ਪਾਰਟੀਆਂ ਵਾਲੇ ਆਖਦੇ ਆ ਕਿ ਇਸ ਪਾਰਟੀ ਵਿੱਚ ਸ਼ਾਮਲ ਹੋ, ਇਸ ਪਾਰਟੀ ਵਿੱਚ ਹੋ, ਪਰ ਕਦੇ ਵੀ ਮੈਂ ਉਹਨਾਂ ਦੀ ਪੱਗ ਵਰਗਾ ਆਪਦੀ ਪੱਗ ਦਾ ਰੰਗ ਨਹੀਂ ਕੀਤਾ, ਕਿਉਂਕਿ ਮੇਰੀ ਪੱਗ ਦਾ ਰੰਗ ਮੇਰੇ ਪਿਤਾ ਦੀ ਪੱਗ ਵਰਗਾ, ਔਰ ਮੇਰਾ ਪਿਤਾ ਹੀ ਮੇਰਾ ਲੀਡਰ ਆ, ਮੇਰਾ ਪਿਤਾ ਹੀ ਮੇਰੀ ਪਾਰਟੀ ਆ, ਔਰ ਮੈਂ ਆਪਣੇ ਪਿਤਾ ਨੂੰ ਹੀ ਆਪਣਾ ਮਾਰਗਦਰਸ਼ਕ ਬਣਦਾ। ਔਰ ਇਸੇ ਤਰ੍ਹਾਂ ਹੀ ਮੇਰੀ ਜੀਵਨ ਦੀ ਆਸ ਆ, ਇੱਕੋ ਹੀ ਖਵਾਇਸ਼ ਆ ਕਿ ਮੈਂ ਹਮੇਸ਼ਾ ਆਪਣੇ ਪਿਤਾ ਦੀ ਪੱਗ ਵਰਗਾ ਹੀ ਆਪਣੀ ਪੱਗ ਦਾ ਰੰਗ ਰੱਖ ਕੇ ਆਪਣਾ ਜੀਵਨ ਬਸਰ ਕਰਾਂ। ਔਰ ਇਹੋ ਜਿਹੀਆਂ ਪੰਜਾਬ ਨੂੰ ਲੁੱਟਣ ਵਾਲੇ ਲੋਕਾਂ ਨਾਲ ਰਲ ਕੇ ਕਦੇ ਵੀ ਮੇਰਾ ਰੱਬ ਇਹੋ ਜਿਹੀ ਡਾਰ ਵਿੱਚ ਨਾ ਮੈਨੂੰ ਲਾਵੇ, ਕਦੇ ਮੈਨੂੰ ਲਾਲ ਸਵੱਛ ਕਰਕੇ ਕਿ ਮੈਂ ਉਹਨਾਂ ਦੀਆਂ ਡਾਰਾਂ ਵਿੱਚ ਰਲ ਕੇ ਉਹੋ ਜਿਹਾ ਮੇਰਾ ਰੰਗ ਹੋ ਜੇ। ਮੇਰੀ ਇਹੀ ਦਿਲੀ ਖਵਾਇਸ਼ ਆ ਕਿ ਮੈਂ ਇੱਕ ਨਵੇਂ ਸਮਾਜ ਦੀ ਜਿਹੜੀ ਖੋਜ ਕਰਨ ਵਾਲੇ ਬੰਦੇ ਆ, ਸਮਾਜ ਲਈ ਲੜਨ ਵਾਲੇ ਬੰਦੇ ਆ, ਲੋਕਾਂ ਦੀ ਗੱਲ ਕਰਨ ਵਾਲੇ ਬੰਦੇ ਆ, ਹਮੇਸ਼ਾ ਕਰਦੇ ਰਹੀਏ। ਮੇਰਾ ਰੱਬ ਮੇਰੇ ਤੋਂ ਹਮੇਸ਼ਾ ਇਹੀ ਕੰਮ ਕਰਾਉਂਦਾ ਰਹੇ। ਮੈਨੂੰ ਖੁਸ਼ੀ ਆ ਕਿ ਜਿਵੇਂ ਪਤੰਗੇ ਨੂੰ ਸ਼ਮਾ ਉੱਤੇ ਵਲ ਕੇ ਖੁਸ਼ੀ ਆਉਂਦੀ ਆ, ਉਵੇਂ ਸਾਨੂੰ ਪਤੰਗੇ ਵਾਂਗੂ ਸ਼ਮਾ ਉੱਤੇ ਸੜ ਕੇ ਸਾਨੂੰ ਇਸ ਗੱਲ ਦਾ ਬੜਾ ਆਨੰਦ ਆ ਕਿ ਅਸੀਂ ਯਾਰ ਲੋਕਾਂ ਲਈ, ਸਰਕਾਰਾਂ ਨਾਲ ਲੜਨ ਵਾਲੇ ਬੰਦੇ ਆ। ਬਿਲਕੁਲ। ਤੁਸੀਂ ਵਿਦੇਸ਼ੀ ਧਰਤੀ ਛੱਡ ਕੇ ਪਿੰਡ ਵਿੱਚ ਆਉਂਦੇ ਹੋ, ਪਿੰਡ ਦਾ ਬਿਲਕੁਲ ਜਿਹੜਾ ਨੁਹਾਰ ਹੀ ਬਦਲ ਦਿੰਦੇ ਹੋ, ਤੇ ਲਾਗਲੇ ਪਿੰਡ ਦੇ ਵਿੱਚ ਵੀ ਤੁਹਾਡੇ ਚਰਚੇ ਹੁੰਦੇ ਕਿ ਉਸ ਪਿੰਡ ਦਾ ਉਹ ਨੌਜਵਾਨ ਉੱਠਿਆ ਏ, ਵਿਦੇਸ਼ ਤੋਂ ਇੱਥੇ ਆ ਗਿਆ, ਸਾਰਾ ਕੁਝ ਚੇਂਜ ਕਰਤਾ, ਨਵੀਆਂ ਮੁਹਿੰਮਾਂ ਹਰ ਕੁਝ ਮਹੀਨਿਆਂ ਬਾਅਦ ਬਦਲਦੀਆਂ ਰਹਿੰਦੀਆਂ ਨੇ, ਲੋਕ ਨਵੇਂ ਪਾਸੇ ਲੱਗਣੇ ਸ਼ੁਰੂ ਹੋ ਗਏ ਤੁਹਾਡੇ ਪਿੰਡ ਦੇ। ਤੇ ਲਾਗਲੇ ਪਿੰਡਾਂ ਦੇ ਸਰਪੰਚ ਕਦੇ ਤੁਹਾਨੂੰ ਮਿਲਣ ਆਉਂਦੇ ਨੇ, ਕਦੀ ਕਹਿੰਦੇ ਨੇ ਕਿ ਭਾਈ ਇਹ ਤੂੰ ਸ਼ੁਰੂਆਤ ਕੀਤੀ, ਅਸੀਂ ਵੀ ਐਵੇਂ ਦੀ ਕਰਨਾ ਚਾਹੁੰਦੇ ਹਾਂ, ਕੁਝ ਅਸੀਂ ਪਿੰਡ ਵਿੱਚ ਨਿਖਾਰ ਲਿਆ ਸਕੀਏ? ਬਿਲਕੁਲ, ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਬਹੁਤ ਸਾਰੇ, ਮੈਂ ਕਹਿੰਦਾ ਸੈਂਕੜੇ ਪਿੰਡਾਂ ਦੇ ਸਰਪੰਚ ਮੇਰੇ ਪਿੰਡ ਦਾ ਵਿਕਾਸ ਦੇਖ ਕੇ ਗਏ ਆ, ਔਰ ਦਰਜਨਾਂ ਪਿੰਡਾਂ ਦੇ ਵਿੱਚ ਅੱਜ
ਵਿਕਾਸ ਹੋ ਰਿਹਾ। ਔਰ ਮੇਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਮੇਰੇ ਸਤਿਕਾਰਯੋਗ ਜਿਹੜੇ ਸਰਪੰਚ ਐਤਕੀ ਬਣੇ ਆ, ਉਹ ਜ਼ਰੂਰ ਮੇਰੇ ਪਿੰਡ ਤੋਂ ਸੇਧ ਲੈ ਕੇ ਜਿਹੜਾ ਕੰਮ ਕਰ ਰਹੇ ਆ। ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਉਹ ਮੇਰੀ ਰਾਏ ਲੈਂਦੇ ਆ ਤੇ ਮੈਨੂੰ ਪੁੱਛਦੇ ਆ ਕਿ ਯਾਰ ਮਿੰਟੂ ਆਹ ਕੰਮ ਨੂੰ ਆਪਾਂ ਕਿਵੇਂ ਕਰੀਏ, ਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਜਦੋਂ ਉਹਨਾਂ ਨੂੰ ਮੈਂ ਦੱਸਦਾ ਕਿ ਆਹ ਕੰਮ ਨੂੰ ਆਪਾਂ ਇਸ ਤਰ੍ਹਾਂ ਸੌਖੇ ਢੰਗ ਨਾਲ, ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ, ਥੋੜ੍ਹੇ ਪੈਸਿਆਂ 'ਚ ਕੀਤਾ ਜਾ ਸਕਦਾ। ਪੈਸਿਆਂ ਨਾਲ ਵਿਕਾਸ ਨਹੀਂ ਹੁੰਦਾ, ਵਿਕਾਸ ਤੁਹਾਡੇ ਆਈਡੀਆਂ ਨਾਲ ਹੁੰਦਾ। ਜਿਵੇਂ ਨਪੋਲੀਅਨ ਕਹਿੰਦਾ, ਜੰਗ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ, ਜੰਗ ਵਿਉਂਤਾਂ ਨਾਲ ਜਿੱਤੀ ਜਾਂਦੀ ਹੈ। ਜਦੋਂ ਤੁਸੀਂ ਵਿਉਂਤੀ ਹੋਗੇ, ਵਿਉਂਤਾਂ ਨਾਲ ਕੰਮ ਕਰੋਗੇ ਤੇ ਆਪਣੇ ਪਿੰਡਾਂ ਦਾ ਵਿਕਾਸ ਕਰੋਗੇ। ਔਰ ਬਹੁਤ ਸਾਰੇ ਪੰਜਾਬ ਦੇ ਸਰਪੰਚ ਅੱਜ ਆਪਣੇ ਪਿੰਡਾਂ ਨੂੰ ਵਿਕਾਸਮਈ ਕਰਨ ਦੀ ਖਾਤਰ ਆਪਣੇ ਪਿੰਡਾਂ 'ਚ ਵਿਕਾਸ ਕਰ ਰਿਹਾ, ਕੰਮ ਕਰ ਰਿਹਾ। ਮੈਨੂੰ ਬਹੁਤ ਖੁਸ਼ੀ ਆ ਕਿ ਅਸੀਂ ਸਾਰੇ ਵਿਕਾਸ ਕਰਨ ਵਾਲੇ ਸਰਪੰਚ ਹਮੇਸ਼ਾ ਇਕੱਠੇ ਹੋ ਕੇ, ਸਿਰ ਜੋੜ ਕੇ ਆਪਣੇ ਪਿੰਡਾਂ ਲਈ ਕੀ ਕਰ ਸਕਦੇ ਨਵਾਂ, ਇਕੱਠੇ ਹੋ ਕੇ ਬੈਠਦੇ ਰਹਿੰਦੇ ਆ। ਔਰ ਜਿਹਦੇ ਕਰਕੇ ਅਸੀਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲਿਜਾ ਰਹੇ ਹਾਂ ਔਰ ਪੰਜਾਬ ਨੂੰ ਖੂਬਸੂਰਤ ਪੰਜਾਬ ਬਣਾਉਣ ਦੀ ਖਾਤਰ ਕੰਮ ਕਰ ਰਹੇ ਹਾਂ। ਇੱਕ ਤੁਸੀਂ ਸ਼ੁਰੂਆਤ ਜਿਹੜੀ ਕਰ ਰਹੇ ਹੋ ਕਿ ਰੁੱਖ ਲਗਾਉਣ ਦੀ, ਹੈ ਨਾ, ਲਾਗਲੇ ਪਿੰਡਾਂ 'ਚ ਵੀ ਸ਼ੁਰੂ ਹੋਏਗਾ, ਸਿਰਫ ਕਿ ਤੁਹਾਡੇ ਪਿੰਡ ਤੱਕ ਸੀਮਤ ਰਹੇਗੀ? ਦੂਸਰੇ ਨੰਬਰ 'ਤੇ ਆਪਣੀ ਜੇਬ ਤੋਂ ਸਾਰਾ ਖਰਚ ਕਰ ਰਹੇ ਹੋ ਤੁਸੀਂ? ਅਸਲ ਵਿੱਚ ਜਿਹੜੀ ਤੁਸੀਂ ਜੇਬ ਦੀ ਖਰਚ ਵਾਲੀ ਗੱਲ ਕਹਿ ਰਹੇ ਹੋ, ਮੈਂ ਇਕੱਲਾ ਨਹੀਂ ਕਰ ਰਿਹਾ। ਔਰ ਇਕੱਲਾ ਮੈਂ ਕਦ ਤੱਕ ਕਰੂੰਗਾ, ਕਿਉਂਕਿ ਇਕੱਲਾ ਕਰਨਾ ਬਹੁਤ ਅਸੰਭਵ ਗੱਲ ਹੁੰਦੀ ਆ। ਇਹ ਤਾਂ ਹੀ ਹੋ ਸਕਦੀਆਂ ਹੁੰਦੀਆਂ ਗੱਲਾਂ ਕਿ ਜੇ ਤੁਹਾਡੇ ਨਾਲ ਮੈਜੋਰਟੀ ਆ, ਤੁਹਾਡੇ ਨਾਲ ਸੰਯੋਗ ਕਰਨ ਵਾਲੇ ਲੋਕ ਆ। ਔਰ ਮੇਰੇ ਦੋਸਤ ਮਿੱਤਰ, ਮੇਰੇ ਛੋਟੇ ਵੀਰ ਜਿਹੜੀ ਮੇਰੀ ਮਦਦ ਕਰ ਰਿਹਾ, ਜਿਨ੍ਹਾਂ ਦੀ ਬਦੌਲਤ ਮੈਂ ਸਮਝਦਾ ਕਿ ਇਹ ਰੁੱਖ ਲਗਾਓ ਪੈਸਾ ਕਮਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਆ। ਔਰ ਦੂਜਾ ਸਵਾਲ ਤੁਸੀਂ ਪੁੱਛਿਆ ਕਿ ਤੁਹਾਡੇ ਦੂਜੇ ਪਿੰਡਾਂ ਦੇ ਵਿੱਚ ਵੀ ਰੁੱਖ ਲਗਾਉਣ ਦੀ ਜਿਹੜੀ ਪਿਰਤ ਸ਼ੁਰੂ ਹੋਈ ਆ। ਬਿਲਕੁਲ ਸਾਡੀ ਅੱਜ ਹੀ ਮੇਰੇ ਬਲਾਕ ਨਿਹਾਲ ਸਿੰਘ ਵਾਲੇ ਦੇ 38 ਸਰਪੰਚਾਂ ਦੀ ਜਿਹੜੀ ਸਾਡੀ ਅੱਜ ਮੀਟਿੰਗ ਹੋਈ ਸੀ, 38 ਸਰਪੰਚ ਅਸੀਂ ਉਹਦੇ ਵਿੱਚ ਮੌਜੂਦ ਸੀ। ਔਰ ਉਹਦੇ ਵਿੱਚ ਸਾਰਿਆਂ ਨੇ ਮੈਨੂੰ ਸ਼ਾਬਾਸ਼ ਦਿੱਤੀ ਇਸ ਗੱਲ ਦੀ ਕਿ ਯਾਰ ਤੂੰ ਇੱਕ ਨਵੀਂ ਪਿਰਤ ਜਿਹੜੀ ਪਾਈ ਆ ਰੁੱਖ ਲਗਾਓ ਪੈਸਾ ਕਮਾਓ ਵਾਲੀ, ਕਿ ਸਾਨੂੰ ਖੁਸ਼ੀ ਆ ਕਿ ਅਸੀਂ ਵੀ ਆਪਦੇ ਪਿੰਡਾਂ ਦੇ ਵਿੱਚ ਸ਼ੁਰੂ ਕਰਾਂਗੇ। ਅਸੀਂ ਪੌਦੇ ਲਗਾਉਣ ਦੀ ਜਿਹੜੀ ਮੁਹਿੰਮ ਸ਼ੁਰੂ ਕਰਾਂਗੇ ਤਾਂ ਜੋ ਸਾਡੇ ਪਿੰਡ ਵੀ ਜਾਣੀ ਕਿ ਹਰੇ ਭਰੇ ਹੋ ਸਕਣ, ਰਣਸੀਂਹ ਕਲਾਂ ਵਾਂਗ ਇਹ ਮੁਹਿੰਮ ਸ਼ੁਰੂ ਕੀਤੀ ਜਾ ਸਕੇ। ਔਰ ਮੈਨੂੰ ਖੁਸ਼ੀ ਆ ਕਿ ਵਾਕਈ ਇਕੱਲੇ ਮੇਰੇ ਬਲਾਕ ਦੇ ਪਿੰਡ ਹੀ ਨਹੀਂ, ਪੂਰੇ ਪੰਜਾਬ ਦੇ ਲੋਕ ਇਸ ਗੱਲ ਤੋਂ ਸਿੱਖਣ, ਆਪਦੇ ਘਰਾਂ ਦੇ ਵਿੱਚ, ਆਪਣੇ ਬਗੀਚਿਆਂ ਦੇ ਵਿੱਚ, ਆਪਣੇ ਖੇਤਾਂ ਦੇ ਵਿੱਚ ਮੋਟਰਾਂ ਉੱਤੇ ਰੁੱਖ ਲਗਾਉਣੇ ਚਾਹੀਦੇ ਆ। ਜੇ ਰੁੱਖ ਲੱਗਣਗੇ ਤਾਂ ਹੀ ਮਨੁੱਖ ਬਚੂਗਾ। ਔਰ ਉਹਦੇ ਕਰਕੇ ਹੀ ਅਸੀਂ ਨਿਵੇਕਲੀਆਂ ਗੱਲਾਂ ਸ਼ੁਰੂ ਕੀਤੀਆਂ। ਔਰ ਮੈਨੂੰ ਖੁਸ਼ੀ ਹੈ ਕਿ ਅੱਜ ਤੁਸੀਂ ਰਣਸੀਂਹ ਕਲਾਂ ਅੱਜ ਸਾਡੇ ਰੁੱਖਾਂ ਦੀ ਸਾਂਝ ਨੂੰ ਦਿਖਾਉਣ ਦੀ ਖਾਤਰ ਪੂਰੀ ਦੁਨੀਆ ਵਿੱਚ ਆਏ ਹੋ। ਜੀ ਮਿੰਟੂ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਵੀ ਦਿੱਤਾ ਹੈ। ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਤੁਹਾਡੇ ਵਰਗੇ ਨੌਜਵਾਨਾਂ ਦੇ ਕੋਲ ਸਰਪੰਚੀ ਹੋਵੇ, ਤੁਹਾਡੇ ਵਰਗੇ ਨੌਜਵਾਨਾਂ ਦੇ ਕੋਲ ਇਸ ਸਿਆਸਤ ਵਿੱਚ ਤੁਹਾਡੇ ਵਰਗੇ ਨੌਜਵਾਨ ਜੋ ਤਗੜੇ ਬੁਲਾਰੇ ਵੀ ਹੋਣ ਔਰ ਚੰਗੀ ਸੋਚ ਰੱਖਦੇ ਹੋਣ ਆਪਣੇ ਪਿੰਡ ਨੂੰ ਬਦਲਣ ਦੀ। ਸੋ ਇਸ ਤਰ੍ਹਾਂ ਇਹ ਨੌਜਵਾਨ ਜਦੋਂ ਪਿੰਡ ਜਿਹੜੀ ਪੰਜਾਬ ਦੀ ਸਿਆਸਤ 'ਚ ਜੇਕਰ ਮੈਦਾਨ 'ਚ ਉਤਰ ਆਏ ਨਾ, ਤਾਂ ਪੰਜਾਬ ਦੀ ਜਿਹੜੀ ਨੁਹਾਰ ਹੈ ਬਿਲਕੁਲ ਬਦਲ ਜਾਏਗੀ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਹੈ। ਔਰ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤੁਹਾਡਾ ਪਿੰਡ ਤੁਸੀਂ ਵੀ ਕਰਦੇ ਰਹੋ ਤਰੱਕੀਆਂ। ਪਤਝੜ ਵਿੱਚ ਪੱਤ ਝੜ ਗਏ, ਇਹ ਤਾਂ ਰੁੱਤਾਂ ਵਰਗੇ ਨੇ। ਪਾਣੀ ਪਾ ਪਾ ਪਾਲੇ, ਇਹ ਤਾਂ ਪੁੱਤਾਂ ਵਰਗੇ ਨੇ। ਜੇ ਨਾ ਰਹੀ ਹਰਿਆਲੀ, ਫਿਰ ਕੀ ਕਰਨਾ ਤਖਤਾਂ ਨੂੰ। ਸੁਣ ਬੇ ਭਾਈ ਆਰੇ ਵਾਲਿਆ, ਨਾ ਤੂੰ ਚੀਰ ਦਰੱਖਤਾਂ ਨੂੰ, ਤੂੰ ਨਾ ਚੀਰ ਦਰੱਖਤਾਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਪਿੰਡ ਰਣਸੀਂਹ ਕਲਾਂ ਵਿੱਚ ਆਏ, ਮੇਰੇ ਪਿੰਡ ਰਣਸੀਂਹ ਕਲਾਂ ਦੀ ਗੱਲ ਅੱਜ ਪੂਰੀ ਦੁਨੀਆ ਵਿੱਚ ਦਿਖਾ ਰਹੇ ਹੋ। ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਹਾਡਾ ਮਸ਼ਕੂਰ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਹਨ ਸਾਡੇ ਨਾਲ ਮਿੰਟੂ ਸਰਪੰਚ, ਜਿਨ੍ਹਾਂ ਦੀਆਂ ਗੱਲਾਂ ਬੜੀਆਂ ਬੇਬਾਕ ਨੇ, ਬਹੁਤ ਬੇਬਾਕੀ ਦੇ ਨਾਲ ਬੋਲੇ ਨੇ। ਆਸ ਕਰਦੇ ਹਾਂ ਕਿ ਹਰ ਪਿੰਡ ਦਾ ਸਰਪੰਚ ਜੇਕਰ ਅਜਿਹੀ ਸੋਚ ਰੱਖੇਗਾ ਤਾਂ ਤੁਹਾਨੂੰ ਜਿਹੜੀ ਆਪਣੀ ਸਰਕਾਰ ਤੁਸੀਂ ਆਪਣੇ ਪਿੰਡ ਵਿੱਚ ਆਪ ਬਣਾ ਲਓਗੇ ਤਾਂ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੋਵੇਗੀ ਗ੍ਰਾਂਟਾਂ ਲੈਣ ਦੀ ਕਿ ਭਾਈ ਗ੍ਰਾਂਟ ਦੀ ਉਮੀਦ ਕਰਾਂਗੇ, ਗ੍ਰਾਂਟ ਆਏਗੀ ਸਰਕਾਰ ਵੱਲੋਂ, ਫਿਰ ਅਸੀਂ ਵਿਕਾਸ ਕਾਰਜ ਕਰਾਵਾਂਗੇ। ਇਸ ਨੌਜਵਾਨ ਨੇ ਵੀ ਆਪਣੀ ਜੇਬ 'ਚੋਂ ਖਰਚਾ ਕੀਤਾ, ਫਿਰ ਸਾਰਾ ਪਿੰਡ ਇਸ ਦੇ ਨਾਲ ਖੜਿਆ ਔਰ ਅੱਜ ਇਸ ਪਿੰਡ ਨੂੰ ਇੰਨਾ ਸੋਹਣਾ ਬਣਾ ਦਿੱਤਾ ਹੈ ਕਿ ਹਰ ਪਾਸੇ ਜਿਹੜੇ ਇਸੇ ਪਿੰਡ ਦੇ ਚਰਚਾ ਹੁੰਦੇ ਨੇ। ਮਿਸਾਲ ਪੈਦਾ ਕਰਨੀ ਹੈ ਤਾਂ ਤੁਹਾਡੀ ਸੋਚ ਨੂੰ ਬਦਲਣਾ ਜ਼ਰੂਰੀ ਹੈ। ਤੁਹਾਡੇ ਤੋਂ ਹੁਣ ਲਵਾਂਗੀ ਆਗਿਆ। ਸਹਿਯੋਗੀ ਸਾਥੀ ਵਿੱਕੀ ਜੜਖੜ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।